एक पासे BC ਦੀਆਂ ਪ੍ਰਬੰਧਕੀ ਵਧੀਕੀਆਂ ਨੂੰ ਲੈ ਕੇ ਪ੍ਰਬੰਧਕੀ ਨਾਕਾਮੀਆਂ ਨੂੰ ਲੈ ਕੇ ਉੱਥੇ ਦਾ ਸਟਾਫ ਉਹਨਾਂ ਦੇ ਸੰਬੰਧਿਤ ਮੁਲਾਜ਼ਮ ਉਹ ਸਾਰੇ ਧਰਨਿਆਂ ਤੇ ਆ ਗਏ। ਡਾਕਟਰ ਰਾਜ ਬਹਾਦਰ ਦੀ ਡਾਕਟਰੀ ਨੂੰ ਲੈ ਕੇ ਕਿਸੇ ਨੂੰ ਕਦੇ ਸਵਾਲ ਨਹੀਂ ਹੋਇਆ, ਉਹਨਾਂ ਦੀ ਕਾਬਲੀਅਤ ਤੇ ਕਦੇ ਕਿਸੇ ਨੂੰ ਸ਼ੰਕਾ ਸ਼ੋਭੇ ਨਹੀਂ ਹੋਏ, ਬਲਕਿ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਭਾਰਤ ਦਾ, ਪੰਜਾਬ ਦਾ, ਇਸ ਖੇਤਰ ਦਾ, ਇਹਨਾਂ ਚੰਡੀਗੜ੍ਹ ਦਾ ਨਾਮ ਰੋਸ਼ਨ ਕੀਤਾ ਮੈਡੀਕਲ ਦੇ ਖੇਤਰ ਵਿੱਚ। ਭਗਵੰਤ ਮਾਨ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਉਹਨਾਂ ਤੱਕ ਪਹੁੰਚ ਕੀਤੀ, ਮੁਲਾਕਾਤ ਦੇ ਦੌਰ ਚੱਲੇ, ਦੂਜੀਆਂ ਪਾਰਟੀਆਂ ਵਾਲੇ ਮਿਲਣ ਧਰਾਧੜ ਲੀਡਰ ਜਾ ਰਹੇ ਸੀ। ਇਸ ਦੌਰਾਨ ਹਿਮਾਚਲ ਚੋਣਾਂ ਸਿਰ 'ਤੇ ਸੀ, ਉਹਨਾਂ ਨਾਲ ਸੰਬੰਧ ਰੱਖਦੇ ਸੀ, ਰੌਲਾ ਪੈਣ ਲੱਗ ਗਿਆ ਕਿ ਲਓ ਜੀ BJP ਟਿਕਟ ਦੇ ਦੂ, ਨਹੀਂ ਜੀ ਆਪ ਵਾਲੇ ਵੀ ਟਿਕਟ ਦੇਣ ਨੂੰ ਤਿਆਰ ਨੇ ਜੀ, ਉਹ ਮਨਾ ਰਹੇ ਨੇ ਜੀ, ਹੈ ਨਾ, ਕਾਂਗਰਸ ਕਹਿੰਦੀ ਅਸੀਂ ਵੀ ਤਿਆਰ ਆ, ਅਤੇ ਉਹ ਕਈ ਤਰ੍ਹਾਂ ਦਾ ਪ੍ਰਾਹੁਣਾ ਫਿਰ ਕਈ ਵਾਰ ਭੁੱਖਾ ਵੀ ਰਹਿ ਜਾਂਦਾ, ਤਾਂ ਇਸ ਲਈ BC ਸਾਹਿਬ ਨੂੰ ਨਾ ਟਿਕਟ ਮਿਲੀ ਅਤੇ ਨਾ ਕੁਛ ਮਿਲੀ, ਅਤੇ BC ਬਣਾ ਕੇ ਹੀ ਗਿਆ। ਅਤੇ ਆਖਰ ਹੁਣ 10 ਮਹੀਨਿਆਂ ਬਾਅਦ ਅਚਾਨਕ ਜਦੋਂ ਕਿਸੇ ਦੇ ਧਿਆਨ ਚੇਤੇ 'ਚ ਨਹੀਂ ਸੀ ਤਾਂ 5 ਨਾਮ ਇੱਕ ਰਾਜਪਾਲ ਕੋਲ ਗਏ। ਹੁਣ ਕਹਿੰਦੇ ਜੀ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਨੇ, ਦਿੱਲੀ ਤੋਂ ਨੇ, ਦਿੱਲੀ 'ਚ ਨੇੜਤਾ ਹੈ ਜੀ, ਰਾਘਵ ਕੇਜਰੀਵਾਲ ਨਾਲ ਜੀ ਉਹਨਾਂ ਨੇ ਕਰਾਇਆ। ਹੁਣ ਸਵਾਲ ਇਹ ਹੈ ਕਿ ਨਾ ਉਹਨਾਂ ਨੇ ਪਵਾਇਆ, ਹੋ ਸਕਦਾ ਬਾਕੀਆਂ 'ਚੋਂ ਵੀ ਕੋਈ ਨਾ ਉਹਨਾਂ ਨੇ ਪਵਾਇਆ ਹੋਵੇ, ਫਿਰ ਪਰ ਮੋਹਰ ਰਾਜਪਾਲ ਨੇ ਲਾਈ ਹੈ। ਕੀ ਰਾਜਪਾਲ ਹੁਣ ਇਹਨਾਂ ਦੇ ਕਹੇ 'ਤੇ ਚੱਲਦਾ? ਜੇ ਰਾਜਪਾਲ BJP ਕਰਨੀ ਉਹ ਖੇਡਦੇ ਨੇ, ਫਿਰ ਕੀ ਨਾ ਵੀ BJP ਨੇ ਪਵਾਇਆ ਅਤੇ ਨਿਯੁਕਤੀ ਵੀ ਉਹਨਾਂ ਨੇ ਕਰਾਈ ਹੈ, ਕਿਉਂਕਿ ਅਮਿਤ ਸ਼ਾਹ ਨਾਲ ਵੀ ਰਿਸ਼ਤਾ ਪੰਜਾਬ ਸਰਕਾਰ ਦਾ ਬਹੁਤ ਵਧੀਆ। 7.5 ਘੰਟੇ ਲਈ ਨੈਸ਼ਨਲ ਹਾਈਵੇ ਬੰਦ ਹੋਇਆ ਅਤੇ ਉਸ ਸਮੇਂ ਦੌਰਾਨ ਕਈਆਂ ਦੀ ਫਲਾਈਟਾਂ ਰੱਦ ਹੋ ਗਈਆਂ, ਕਈ ਫਸੇ ਰਹਿ ਗਏ, ਕਈਆਂ ਨੂੰ ਵਾਪਸ ਮੁੜਨਾ ਪਿਆ, ਕੋਈ ਐਂਬੂਲੈਂਸ ਫਸ ਗਈ, ਕੋਈ ਲੋਕ ਫਸ ਗਏ, ਕਈ ਬੱਚੇ ਵਿਦਿਆਰਥੀ ਨੌਕਰੀ ਪੇਸ਼ਾ ਵਾਲੇ ਲੋਕ ਫਸੇ। ਹੁਣ ਉਹ ਕਹਿੰਦੇ ਜੀ ਉਹਨਾਂ ਦਾ ਸਵਾਲ ਵੀ ਸੜਕ ਜਾਂਦੇ ਲੋਕ ਕਹਿੰਦੇ ਸਾਡਾ ਕੀ ਗੁਨਾਹ ਹੁੰਦਾ ਜੀ, ਲੜਾਈ ਤੁਹਾਡੀ ਸਰਕਾਰ ਨਾਲ, ਉਸ ਨਾਲ ਰਾਹ ਤੁਸੀਂ ਸਾਡਾ ਰੋਕ ਲੈਂਦੇ ਹੋ। ਹੁਣ ਇਹ ਦੋਏ ਮਾਮਲੇ ਬਰਾਬਰ ਚੱਲ ਰਹੇ ਸੀ, ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਤੱਕ ਸਥਿਤੀ ਬਣਦੀ ਕਿਉਂ ਹੈ? ਕੀ ਕਿਸਾਨਾਂ ਨੂੰ ਸ਼ੌਂਕ ਚੜ੍ਹਿਆ ਸੜਕਾਂ 'ਤੇ ਆਉਣ ਦਾ? ਇਹ ਲਗਭਗ ਕੁਰੂਕਸ਼ੇਤਰ, ਸ਼ਾਹਬਾਦ, ਅੰਬਾਲਾ, ਕਰਨਾਲ, ਇਹ ਸਾਰੀ ਜਿਹੜੀ ਬੈਲਟ ਹੈ, ਇਸ ਬੈਲਟ ਦੇ ਵਿੱਚ ਲਗਭਗ 33,000 34,000 ਏਕੜ ਦੇ ਵਿੱਚ ਇਹ ਸੂਰਜਮੁਖੀ ਦੀ ਖੇਤੀ ਹੈ, ਲਗਭਗ ਅੰਦਾਜ਼ਾ ਇਹ ਲਾਇਆ ਜਾਏ ਜਿਸ 'ਚੋਂ ਸਰਕਾਰ ਕਹਿੰਦੀ ਹੈ ਕਿ ਅਸੀਂ ਖਰੀਦਾਂਗੇ ਜੀ 50,000 ਕੁਇੰਟਲ, ਅਤੇ ਉਹਨਾਂ ਬਾਕੀ ਕਹਿੰਦੇ ਜੀ ਫਿਰ ਸਾਡਾ ਕੀ ਕਸੂਰ? ਇੱਕ ਪਾਸੇ ਤੁਸੀਂ ਕਹਿੰਦੇ ਹੋ ਬਦਲਵੀਆਂ ਫਸਲਾਂ 'ਤੇ ਆਓ, ਬਦਲਵੀਂ 'ਤੇ ਅਸੀਂ ਆਹ ਦੇਵਾਂਗੇ ਉਹ ਦੇਵਾਂਗੇ, ਅਤੇ ਹੁਣ ਤੁਸੀਂ MSP ਖਰੀਦਣ ਲਈ ਤਿਆਰ ਨਹੀਂ। ਪੰਜਾਬ ਦੇ ਜਵਾਕ ਹੋਣ ਅਤੇ ਪੰਜਾਬੀ 'ਚ ਫੇਲ ਹੋ ਜਾਣ। ਇੱਕ ਪਾਸੇ ਬਹੁਤ ਦੇਰ ਤੋਂ ਇਹ ਸਵਾਲ ਖੜ੍ਹਾ ਕੀਤਾ ਜਾਂਦਾ ਹੈ, ਮਤਲਬ ਜਿਹੜੀ ਧਿਰ ਨਾ ਪੰਜਾਬੀ ਭਾਸ਼ਾ ਵਿਰੋਧੀ ਹੈ ਉਹ ਧਿਰ ਵੱਲੋਂ ਕਿ ਜੀ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਥੋੜ੍ਹਾ, ਪਰ ਪੰਜਾਬੀ ਸਾਡੇ ਪਿਆਰ ਦੀ, ਸਾਡੇ ਧਰਮ ਦੀ, ਸਾਡੇ ਸੱਭਿਆਚਾਰ ਦੀ, ਸਾਡੀ ਵਿਰਸੇ ਦੀ, ਸਾਡੀ ਮਾਂ ਦੀ ਭਾਸ਼ਾ ਤਾਂ ਹੈ, ਅਤੇ ਆਪਣੇ ਸੱਭਿਆਚਾਰ ਨੂੰ ਸਮਝਣ ਲਈ, ਉਸ ਪੀੜ੍ਹੀ ਤੱਕ ਅੱਗੇ ਤੱਕ ਜਾਣ ਦੇ ਲਈ ਇਸ ਭਾਸ਼ਾ ਦਾ ਪ੍ਰਸਾਰ ਅਤੇ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਸ ਆੜ 'ਚ ਕਿ ਨੌਕਰੀ, ਅਤੇ ਫਿਰ ਨੌਕਰੀ ਦੀ ਭਾਸ਼ਾ ਸੀ, ਫਿਰ ਨੌਕਰੀ ਵਾਲੇ ਵੀ ਨਹੀਂ ਪਾਸ ਹੋਏ, ਜਿੱਥੇ ਨੌਕਰੀ ਮਿਲਦੀ ਆ ਉਸ ਭਾਸ਼ਾ ਦੇ ਨਾਲ ਤੇ ਤਾਂ ਵੀ ਨਹੀਂ। ਤੁਸੀਂ ਪੇਪਰ ਦੇਣ ਆਏ ਕਿ ਹਾਂ ਜੀ ਸਰਕਾਰੀ ਨੌਕਰੀ ਲੈਣੀ ਹੈ, ਨੌਕਰੀ ਕਿੱਥੇ ਲੈਣੀ ਹੈ? ਪੰਜਾਬ 'ਚ ਲੈਣੀ ਹੈ, ਅਤੇ ਪੰਜਾਬ 'ਚ ਸਰਕਾਰੀ ਨੌਕਰੀ ਲੈਣੀ ਤਾਂ ਪੰਜਾਬੀ 'ਚ ਪਾਸ ਹੋਣਾ ਜ਼ਰੂਰੀ ਹੈ, ਅਤੇ ਪੰਜਾਬੀ ਦੇ ਵਿੱਚੋਂ 50 ਅੰਕ ਲੈਣੇ ਹੈ। ਸੋ ਇਸ ਲਈ ਪੰਜਾਬੀ ਭਾਸ਼ਾ ਮੂਹਰੇ ਚੁਣੌਤੀ ਹੈ। ਸਮੇਂ ਜਿਵੇਂ 10ਵੀਂ ਦੇ ਪੇਪਰਾਂ 'ਚੋਂ ਫੇਲ, 12ਵੀਂ ਦੇ ਪੇਪਰਾਂ 'ਚੋਂ ਫੇਲ, ਆ ਹੁਣ ਸਰਕਾਰੀ ਨੌਕਰੀਆਂ ਲਈ ਫੇਲ। ਸੋ ਇਹ ਸਮੇਂ ਇੱਕ ਹਲੂਣੇ ਨੇ, ਜੇ ਹੁਣ ਨਾ ਜਾਗੇ ਤਾਂ ਬਹੁਤ ਦੇਰ ਹੋ ਜਾਏਗੀ। ਇਸ ਮਸਲੇ 'ਤੇ ਸਰਕਾਰਾਂ ਨੂੰ ਵੀ ਔਰ ਸੰਸਥਾਵਾਂ ਨੂੰ ਕੰਮ ਕਰਨਾ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ TV ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪ ਜੀ, ਆਪਾਂ ਪਿਛਲੇ ਪ੍ਰੋਗਰਾਮਾਂ ਦੌਰਾਨ ਵੀ ਬਾਬਾ ਫਰੀਦ ਯੂਨੀਵਰਸਿਟੀ ਦਾ ਮੁੱਦਾ ਜੋ ਉਸ ਸਮੇਂ ਗਰਮਾਇਆ ਹੋਇਆ ਸੀ, ਲਗਾਤਾਰ ਤੁਸੀਂ ਇਸ 'ਤੇ ਚਰਚਾ ਕੀਤੀ ਸੀ, ਅਤੇ ਹੁਣ ਤਕਰੀਬਨ 10 ਮਹੀਨਿਆਂ ਬਾਅਦ VC ਦੀ ਨਿਯੁਕਤੀ ਹੋਈ ਹੈ, ਪਰ ਨਿਯੁਕਤੀ ਵਿਵਾਦਾਂ ਦੇ ਵਿੱਚ ਘਿਰ ਗਈ। ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਪੰਜਾਬ ਤੇ ਚੰਡੀਗੜ੍ਹ ਨੂੰ ਦਰਕਿਨਾਰ ਕਰਕੇ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਅੱਗੇ ਮੁੜ ਤੋਂ ਗੋਡੇ ਟੇਕ ਦਿੱਤੇ। ਦਿੱਲੀ ਤੋਂ ਨਵੇਂ VC ਦੀ ਨਿਯੁਕਤੀ ਹੋਈ ਹੈ, ਕਿਵੇਂ ਵੇਖਦੇ ਸਾਰੇ ਵਿਵਾਦ ਨੂੰ? ਬਿਲਕੁਲ ਜੀ, ਇਹ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ
ਨਵੇਂ BC ਦੀ ਨਿਯੁਕਤੀ ਦਿੱਲੀ ਤੋਂ ਨਹੀਂ ਹੋਈ, ਦਿੱਲੀ ਤੋਂ ਹੀ ਹੋਈ ਹੈ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਹਾਂ ਨਿਯੁਕਤੀ ਦਿੱਲੀ ਤੋਂ, ਪਰ ਕਿਹੜੀ ਦਿੱਲੀ ਤੋਂ? ਆਪ ਵਾਲੀ ਦਿੱਲੀ ਜਾਂ ਭਾਜਪਾ ਵਾਲੀ ਦਿੱਲੀ? ਕੇਜਰੀਵਾਲ ਵਾਲੀ, ਰਾਘਵ ਚੱਢਾ ਵਾਲੀ ਦਿੱਲੀ ਜਾਂ ਮੋਦੀ ਅਮਿਤ ਸ਼ਾਹ ਵਾਲੀ ਦਿੱਲੀ? ਕਿਹੜੀ ਦਿੱਲੀ ਤੋਂ? ਇਹ ਚਰਚਾ ਵੀ ਰਹਿਣੀ ਚਾਹੀਦੀ ਹੈ। ਬਿਲਕੁਲ। ਪਹਿਲਾਂ ਆਪਾਂ ਇਸ ਪਹਿਲੂ ਤੇ ਹੀ ਹੈ ਕਿ ਇਹਦੀ ਜ਼ਰੂਰਤ ਕੀ ਸੀ ਜੀ। ਸਭ ਦੇ ਧਿਆਨ 'ਚ ਹੋਣਾ 29 ਜੁਲਾਈ 2022 ਜੀ। 29 ਜੁਲਾਈ 2022 ਨੂੰ ਪੰਜਾਬ ਦੇ ਸਿਹਤ ਮੰਤਰੀ ਸੀ ਉਸ ਸਮੇਂ ਚੌੜਾ ਮਾਜਰਾ ਜੀ ਜੀ ਬਿਲਕੁਲ। ਉਹ ਯੂਨੀਵਰਸਿਟੀ ਦਾ ਹਸਪਤਾਲ ਦਾ ਉੱਥੇ ਦੌਰਾ ਕਰਦੇ ਨੇ ਤੇ ਹਸਪਤਾਲ ਦੇ ਦੌਰੇ ਦੇ ਦੌਰਾਨ BC ਨਾਲ ਹੁੰਦੇ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਤੇ ਉੱਥੇ ਅਚਾਨਕ ਗੱਦੇ ਦੀ ਚਾਦਰ ਚੱਕੀ ਜਾਂਦੀ ਆ ਤੇ ਥੱਲਿਓਂ ਗੱਦਾ ਫਟਿਆ ਕਿਉਂਕਿ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਸੀ, ਦੱਸਿਆ ਗਿਆ ਸੀ ਕਿ ਸਥਿਤੀ ਇਹ ਹੈਗੀ ਆ ਜੀ ਤੇ ਕੁਝ ਕਮਰਿਆਂ ਨੂੰ ਤਾਲੇ ਸੀ, ਉਹ ਤਾਲਾ ਖਲਵਾ ਕੇ ਉਹਨਾਂ ਨੇ ਉਹ ਵਾਰਡ ਦੇਖਿਆ ਸੀਗਾ। ਸੋ ਇਸ ਲਈ ਉਹ ਤੋਂ ਬਾਅਦ ਫਿਰ BC ਨੂੰ ਕਿਹਾ ਕਿ ਪੈ ਲੰਮਾ ਤੇ BC ਲੰਮਾ ਪੈ ਗਿਆ ਤੇ ਉਸ ਤੋਂ ਬਾਅਦ ਦੂਏ ਦਿਨ ਉਹਨੂੰ ਲੱਗਿਆ ਕਿ ਇਹ ਮਤਲਬ ਕਿ ਤਾਂ ਇੱਕ ਹੋਰ ਤਰ੍ਹਾਂ ਦਾ ਮਾਮਲਾ ਬਣ ਗਿਆ ਤੇ ਉਹਨਾਂ ਨੇ 30 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਜੀ। ਅਸਤੀਫੇ ਤੋਂ ਬਾਅਦ ਫਿਰ ਰਾਜਨੀਤੀ ਦਾ ਖੇਡ ਸ਼ੁਰੂ ਹੋ ਗਿਆ। ਇੱਕ ਪਾਸੇ BC ਦੀਆਂ ਪ੍ਰਬੰਧਕੀ ਵਧੀਕੀਆਂ ਨੂੰ ਲੈ ਕੇ, ਪ੍ਰਬੰਧਕੀ ਨਾਕਾਮੀਆਂ ਨੂੰ ਲੈ ਕੇ ਉੱਥੇ ਦਾ ਸਟਾਫ, ਉਹਨਾਂ ਦੇ ਸੰਬੰਧਿਤ ਮੁਲਾਜ਼ਮ ਉਹ ਸਾਰੇ ਧਰਨਿਆਂ ਤੇ ਆ ਗਏ ਜੀ। ਡਾਕਟਰ ਰਾਜ ਬਹਾਦਰ ਦੀ ਡਾਕਟਰੀ ਨੂੰ ਲੈ ਕੇ ਕਿਸੇ ਨੂੰ ਕਦੇ ਸਵਾਲ ਨਹੀਂ ਹੋਇਆ, ਉਹਨਾਂ ਦੀ ਕਾਬਲੀਅਤ ਤੇ ਕਦੇ ਕਿਸੇ ਨੂੰ ਸ਼ੰਕਾ ਸ਼ੋਭੇ ਨਹੀਂ ਹੋਏ, ਬਲਕਿ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਭਾਰਤ ਦਾ, ਪੰਜਾਬ ਦਾ, ਇਸ ਖੇਤਰ ਦਾ, ਇਹਨਾਂ ਚੰਡੀਗੜ੍ਹ ਦਾ ਨਾਮ ਰੋਸ਼ਨ ਕੀਤਾ ਮੈਡੀਕਲ ਦੇ ਖੇਤਰ ਦੇ ਵਿੱਚ। ਪਰ ਬਤੌਰ ਪ੍ਰਬੰਧਕ, ਬਤੌਰ BC ਉਹਨਾਂ ਦਾ ਕਾਰਜਕਾਲ ਵਿਵਾਦਾਂ 'ਚ ਵੀ ਰਿਹਾ ਤੇ ਖਾਸਾ ਮਤਲਬ ਕਿ ਉਹ ਵੀ ਰਿਹਾ ਕਿ ਹਾਂ ਨਹੀਂ ਕੰਮ ਕਰ ਸਕੇ ਵਧੀਆ ਤੇ ਇਹ ਗੱਦੇ ਵਾਲੀ ਸਥਿਤੀ ਨੇ ਉਹਨੂੰ ਲਿਆ ਕੇ ਹੋਰ ਪਹਿਲੂ ਤੇ ਖੜਾ ਕਰ ਦਿੱਤਾ ਤੇ ਉਹ ਤੋਂ ਬਾਅਦ ਉਹਨਾਂ ਦਾ ਜਾਣਾ ਤੈਅ ਹੋ ਗਿਆ। ਬੇਸ਼ੱਕ 30 ਜੁਲਾਈ ਨੂੰ ਅਸਤੀਫਾ ਦੇਣ ਤੋਂ ਬਾਅਦ ਵੀ ਭਗਵੰਤ ਮਾਨ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਉਹਨਾਂ ਤੱਕ ਪਹੁੰਚ ਕੀਤੀ, ਮੁਲਾਕਾਤ ਦੇ ਦੌਰ ਚੱਲੇ, ਦੂਜੀਆਂ ਪਾਰਟੀਆਂ ਵਾਲੇ ਮਿਲਣ, ਧਰਾਧੜ ਲੀਡਰ ਜਾ ਰਹੇ ਸੀ। ਇਸ ਦੌਰਾਨ ਹਿਮਾਚਲ ਚੋਣਾਂ ਸਿਰ ਤੇ ਸੀ, ਉਹਨਾਂ ਨਾਲ ਸੰਬੰਧ ਰੱਖਦੇ ਸੀ, ਰੌਲਾ ਪੈਣ ਲੱਗ ਗਿਆ ਕਿ ਲਓ ਜੀ BJP ਟਿਕਟ ਦੇ ਦੂ, ਨਹੀਂ ਜੀ ਆਪ ਵਾਲੇ ਵੀ ਟਿਕਟ ਦੇਣ ਨੂੰ ਤਿਆਰ ਨੇ ਜੀ, ਉਹ ਮਨਾ ਰਹੇ ਨੇ ਜੀ, ਹੈ ਨਾ, ਕਾਂਗਰਸ ਕਹਿੰਦੀ ਅਸੀਂ ਵੀ ਤਿਆਰ ਹਾਂ ਤੇ ਉਹ ਕਈ ਘਰਾਂ ਦਾ ਪ੍ਰਾਹੁਣਾ ਫਿਰ ਕਈ ਵਾਰ ਭੁੱਖਾ ਵੀ ਰਹਿ ਜਾਂਦਾ ਤੇ ਇਸ ਲਈ BC ਸਾਹਿਬ ਨੂੰ ਨਾ ਟਿਕਟ ਮਿਲੀ ਤੇ ਨਾ ਕੁਛ ਮਿਲੀ ਤੇ BC ਬਣਾ ਹੀ ਗਿਆ ਤੇ ਹਾਂ ਬੇਸ਼ੱਕ ਰਾਜ ਬਹਾਦਰ ਆਪਣੇ ਕਾਰਜ ਹੁਣ ਵੀ ਆਪਣੇ ਢੰਗ ਨਾਲ ਕਰ ਰਹੇ ਨੇ ਪਰ ਇਹ ਅਹੁਦਾ ਖਾਲੀ ਹੋ ਗਿਆ। ਫਿਰ ਸਵਾਲ ਹੈ ਕਿ ਹੁਣ ਇਹਦੇ ਅਹੁਦੇ ਨੂੰ ਭਰਨਾ ਕਿਵੇਂ ਹੈ? ਕੁਝ ਨਾਮ ਭੇਜੇ ਗਏ, ਆਪਣੇ ਆਪ ਨਿਯੁਕਤੀ ਵੀ ਕਰ ਲਈ ਗਈ, ਉਦੋਂ ਰਾਜਪਾਲ ਨਾਲ ਵਿਵਾਦ ਖੜਾ ਹੋ ਗਿਆ। ਰਾਜਪਾਲ ਕਹਿੰਦਾ ਇਹ ਨਹੀਂ ਲੱਗ ਸਕਦਾ, ਐ ਨਹੀਂ ਲੱਗ ਸਕਦਾ, ਪੈਨਲ ਭੇਜੋ। ਉਹ ਕਹਿੰਦੇ ਜੀ ਇਹ ਯੂਨੀਵਰਸਿਟੀ ਉਹ ਚਾਹੁੰਦੀ ਨਹੀਂ ਜੀ, ਇੱਥੇ ਪੈਨਲ ਦੀ ਲੋੜ ਨਹੀਂ, ਇਹ ਕ੍ਰਾਈਟੇਰੀਆ ਵੱਖਰਾ ਹੈ। ਸੋ ਸਾਰਾ ਬਹਿਸੋ ਕਰਮ ਚੱਲੀ ਤੇ ਆਖਰ ਹੁਣ 10 ਮਹੀਨਿਆਂ ਬਾਅਦ ਅਚਾਨਕ ਜਦੋਂ ਕਿਸੇ ਦੇ ਧਿਆਨ ਚੇਤੇ 'ਚ ਨਹੀਂ ਸੀ ਤਾਂ 5 ਨਾਮ ਇੱਕ ਰਾਜਪਾਲ ਕੋਲ ਗਏ ਤੇ ਉਹਨਾਂ 5 ਨਾਮਾਂ ਤੋਂ ਡਾਕਟਰ ਰਾਜੀਵ ਸੂਦ ਦੇ ਨਾਂ ਤੇ ਮੋਹਰ ਲੱਗ ਕੇ ਆ ਗਈ ਤੇ ਡਾਕਟਰ ਰਾਜੀਵ ਸੂਦ ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣ ਗਏ। ਹੁਣ ਸਵਾਲ ਇੱਥੋਂ ਬਾਅਦ ਖੜਾ ਹੋਇਆ ਕਿ ਡਾਕਟਰ ਰਾਜੀਵ ਸੂਦ ਹੀ ਕਿਉਂ? ਜੇ ਉਹ 5 ਪੈਨਲ ਜਿਹੜੇ ਨਾਂ ਗਏ ਉਹਨਾਂ ਤੁਸੀਂ ਦੇਖੋ ਤਾਂ 4 ਉਹਨਾਂ ਚੋਂ 2 PGI ਨਾਲ ਸੰਬੰਧਿਤ ਨੇ, ਇੱਕ 32 ਹਸਪਤਾਲ ਨਾਲ ਸੰਬੰਧਿਤ ਨੇ, ਇੱਕ ਪਟਿਆਲਾ ਦੇ ਰਜਿੰਦਰਾ ਹਸਪਤਾਲ ਨਾਲ ਸੰਬੰਧਿਤ ਨੇ। ਸੋ ਇਹਨਾਂ ਸਾਰਿਆਂ ਦੇ ਨਾਮਾਂ 'ਚ ਚੋਣ ਕਿਉਂ ਨਹੀਂ ਹੋਈ, ਇਸ ਨੂੰ ਲੈ ਕੇ ਸਵਾਲ ਖੜੇ ਹੋਏ। ਤੇ ਫਿਰ ਦਿੱਲੀ ਵਾਲੇ, ਕਿਉਂਕਿ ਜਿੱਥੋਂ ਤੱਕ ਡਾਕਟਰ ਸੂਦ ਹੈ, ਇਹ ਰਾਜੀਵ ਸੂਦ ਹੋਰੀ, ਇਹ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਵਿੱਚ ਇਸ ਮੌਕੇ ਬਤੌਰ ਪ੍ਰੋਫੈਸਰ ਆਪਣੀ ਸੇਵਾ ਨਿਭਾ ਰਹੇ ਨੇ। ਪਰ ਜਿਹੜੇ ਮੈਂ 4 ਨਾਂ ਦੇਖਦਾ ਉਹ ਵੀ ਕਿਸੇ ਪਾਸਿਓਂ ਘੱਟ ਨਹੀਂ ਗਏ। ਜਿਹੜੇ 5 ਨਾਮ ਭੇਜੇ ਜਤਿੰਦਰ ਜੀ ਪੈਨਲ ਦੇ ਵਿੱਚ, ਉਹਦੇ ਵਿੱਚ ਇੱਕ ਨਾਮ ਹੈਗਾ PGI ਦੇ ਵਿੱਚ ਨਿਊਰੋਲੈਸ ਮੈਡੀਕਲ ਡਾਕਟਰ ਨੇ, ਉਹ ਉੱਥੇ ਬਕਾਇਦਾ ਤੌਰ ਤੇ ਵਿਭਾਗ ਦੇ ਹੈ ਨਾ ਪ੍ਰੋਫੈਸਰ ਬਲਜਿੰਦਰ ਸਿੰਘ ਹੋਰੀ, ਉਹਨਾਂ ਦੇ ਉੱਤੇ ਚਰਚਾ ਹੋ ਸਕਦੀ ਸੀ। ਇਸੇ ਤਰ੍ਹਾਂ ਰਜਿੰਦਰਾ ਮੈਡੀਕਲ ਕਾਲਜ ਤੋਂ ਪ੍ਰੋਫੈਸਰ KK ਅਗਰਵਾਲ ਨੇ, ਹੈ ਨਾ, ਉਹਨਾਂ ਦੇ ਨਾਂ ਤੇ ਸਾਬਕਾ ਪ੍ਰੋਫੈਸਰ ਰਹੇ ਨੇ ਉੱਥੇ ਦੇ, ਉਹਨਾਂ ਦੇ। ਫਿਰ ਇਸੇ ਤਰ੍ਹਾਂ ਮਤਲਬ ਕਿ ਚੰਡੀਗੜ੍ਹ ਦੇ 32 ਹਸਪਤਾਲ ਤੋਂ ਸਾਬਕਾ SOD ਰਹੇ ਨੇ, ਹੈ ਨਾ, HOD ਰਹੇ ਨੇ ਡਾਕਟਰ ਜਗਦੀਸ਼ ਚੰਦਰ, ਉਹਨਾਂ ਦੇ ਨਾਂ ਤੇ ਵੀ ਚਰਚਾ ਹੋ ਸਕਦੀ ਸੀ। ਇੱਥੋਂ ਤੱਕ ਕਿ ਪ੍ਰੋਫੈਸਰ ਰਾਜੇਸ਼ ਸਹਿਗਲ ਦਾ ਨਾਂ ਜਿਹੜਾ PGI ਤੋਂ ਸੰਬੰਧਿਤ, ਉਹਨਾਂ ਦੇ ਨਾਂ ਤੇ ਵੀ ਚਰਚਾ ਹੋ ਸਕਦੀ ਸੀ। ਇਹ ਚਾਰੇ ਨਾਂ ਦਰਕਨਾਰ ਕਰਕੇ ਹੈ ਨਾ, PGI ਵਾਲਾ ਵੀ, 32 ਵਾਲੇ ਵੀ, ਰਜਿੰਦਰਾ ਵਾਲਾ ਵੀ, ਡਾਕਟਰ ਰਾਜੀਵ ਸੂਦ ਦੀ ਚੋਣ ਹੁੰਦੀ ਹੈ। ਹੁਣ ਕਹਿੰਦੇ ਜੀ ਰਾਮ ਮਨੋਹਰ ਲੋਹੀਆ ਹਸਪਤਾਲ ਤੋਂ ਨੇ, ਦਿੱਲੀ ਤੋਂ ਨੇ, ਦਿੱਲੀ 'ਚ ਨੇੜਤਾ ਹੈ ਜੀ, ਰਾਘਵ ਕੇਜਰੀਵਾਲ ਨਾਲ ਜੀ, ਉਹਨਾਂ ਨੇ ਕਰਾਇਆ ਜੀ। ਹੁਣ ਸਵਾਲ ਇਹ ਹੈ ਕਿ ਨਾ ਉਹਨਾਂ ਨੇ ਪਵਾਇਆ, ਹੋ ਸਕਦਾ ਬਾਕੀਆਂ 'ਚੋਂ ਵੀ ਕੋਈ ਨਾ ਉਹਨਾਂ ਨੇ ਪਵਾਇਆ ਹੋਵੇ ਫਿਰ, ਪਰ ਮੋਹਰ ਰਾਜਪਾਲ ਨੇ ਲਾਈ ਹੈ। ਕੀ ਰਾਜਪਾਲ ਹੁਣ ਇਹਨਾਂ ਦੇ ਕਹੇ ਤੇ ਚੱਲਦਾ? ਜਿਹੜਾ ਇਹਦਾ ਮਤਲਬ ਪਿਛਲੇ ਦਿਨ ਹੀ ਦਿਖਾਇਆ ਜਾ ਰਿਹਾ ਕਿ ਤਲਖੀ ਹੈ, ਖਿੱਚੋਤਾਣ ਹੈ, ਕਿ ਉਹ ਮਿਟ ਗਈ ਹੈ। ਕਿ ਕੇਜਰੀਵਾਲ ਰਾਘਵ ਚੱਡਾ ਜਿਹੜੀ ਕਹਿੰਦੇ ਕਿ ਦਿੱਲੀ ਤੋਂ ਨਿਯੁਕਤੀ ਫਿਰ ਅੰਦਰ ਉਹਦੇ ਹਿਸਾਬ ਨਾਲ ਹੋਈ ਹੈ, ਨਾ ਪਵਾਇਆ ਹੋ ਸਕਦਾ ਹੈ ਕਿ ਕੀ ਨਿਯੁਕਤੀ ਵੀ ਉਹਨੇ ਕਰਾਈ ਹੈ। ਕਿ ਰਾਜਪਾਲ ਦੋਵੇਂ ਪਾਸੇ ਖੇਡੀ ਜਾ ਰਹੇ ਨੇ, ਕਿ ਦੂਸਰੇ ਪਾਸੇ ਜੇ ਰਾਜਪਾਲ BJP ਕਰਨੀ ਉਹ ਖੇਡਦੇ ਨੇ, ਫਿਰ ਕੀ ਨਾ ਵੀ BJP ਨੇ ਪਵਾਇਆ ਤੇ ਨਿਯੁਕਤੀ ਵੀ ਉਹਨਾਂ ਨੇ ਕਰਾਈ ਹੈ, ਕਿਉਂਕਿ ਅਮਿਤ ਸ਼ਾਹ ਨਾਲ ਵੀ ਰਿਸ਼ਤਾ ਪੰਜਾਬ ਸਰਕਾਰ ਦਾ ਬਹੁਤ ਵਧੀਆ। ਸੋ ਇਸ ਲਈ ਦੋਵੇਂ ਪਾਸੇ
ਨਿਯੁਕਤੀ ਦਿੱਲੀ ਤੋਂ ਹੀ ਆ, ਇਹ ਸਪਸ਼ਟ ਹੈ ਸਾਰਿਆਂ ਨੂੰ ਜੀ ਕਿ ਦਿੱਲੀ ਤੋਂ ਜੇ 4 ਨਾ ਇੱਥੋਂ ਜਾ ਸਕਦਾ ਸੀ, 5ਵਾਂ ਨਾ ਵੀ ਇੱਥੋਂ ਲੱਭਿਆ ਜਾ ਸਕਦਾ ਸੀ। ਬਿਲਕੁਲ। ਸੋ ਇਸ ਲਈ ਇਹ ਸਪਸ਼ਟ ਹੈ ਕਿ ਦਿੱਲੀ ਤੋਂ ਕਿਸੇ ਦਾ ਆਸ਼ੀਰਵਾਦ ਨਾਲੇ ਨਾ ਆਇਆ, ਪਰ ਉਹ ਕਿਹਦਾ ਆਸ਼ੀਰਵਾਦ? ਮੋਦੀ, ਅਮਿਤ ਸ਼ਾਹ ਦਾ, ਕੇਜਰੀਵਾਲ, ਰਾਘਵ ਚੱਡਾ ਦਾ, ਠੀਕ ਹੈ ਨਾ। ਉਹ ਸਿਫਾਰਿਸ਼ ਭਗਵੰਤ ਮਾਨ ਤੱਕ ਸੀ ਜਾਂ ਰਾਜਪਾਲ ਤੱਕ ਸੀ, ਤੇ ਕਿਹਦੀ ਰਾਜਪਾਲ ਤੱਕ ਸੀ, ਕਿਹਦੀ ਭਗਵੰਤ ਮਾਨ ਤੱਕ ਸੀ? ਇਹ ਕਿੰਨੇ ਹੀ ਸਵਾਲ ਇਹ ਨਿਯੁਕਤੀ ਖੜੀ ਕਰ ਗਈ। ਬੇਸ਼ੱਕ ਡਾਕਟਰ ਰਾਜੀਵ ਸੂਦ ਦੀ ਕਾਰਜਸ਼ੈਲੀ ਤੇ ਕਿਸੇ ਨੂੰ ਕੋਈ ਸ਼ੰਕੇ ਸ਼ੋਭੇ ਨਹੀਂ। ਬਿਲਕੁਲ। ਡਾਕਟਰ ਰਾਜੀਵ ਸੂਦ ਪਿਛਲੇ 40 ਸਾਲਾਂ ਤੋਂ ਇਸ ਖੇਤਰ 'ਚ ਕੰਮ ਕਰਦੇ ਨੇ। ਉਹ ਡਾਕਟਰੀ ਦੇ ਨਾਲ ਨਾਲ, ਪ੍ਰੋਫੈਸਰ ਦੇ ਨਾਲ ਨਾਲ ਪ੍ਰਬੰਧਕੀ ਅਹੁਦਿਆਂ ਤੇ ਰਹਿ ਚੁੱਕੇ ਨੇ ਔਰ ਉਹਨਾਂ ਦਾ ਤਜਰਬਾ ਬੜਾ ਵਧੀਆ ਰਿਹਾ। ਬਿਲਕੁਲ। ਪਰ ਬਾਕੀਆਂ ਦਾ ਵੀ ਕਿਸੇ ਪਾਸਿਓਂ ਘੱਟ ਨਹੀਂ ਨਾ ਜੀ। ਸੋ ਇਸ ਲਈ ਇਹਨੇ ਸਵਾਲ ਖੜੇ ਕਰ ਦਿੱਤੇ ਔਰ ਇਹ ਰਾਜ ਬਹਾਦਰ ਦੇ ਜਾਣ ਤੇ ਜੋ ਮਾਮਲਾ ਖੜਾ ਹੋਇਆ ਸੀ ਜਾਂ ਉਹਨਾਂ ਦੇ ਉਹ ਗੱਦਾ ਕਾਂਡ ਤੋਂ ਬਾਅਦ ਜੋ ਮਾਮਲਾ ਖੜਾ ਹੋਇਆ ਸੀ, ਔਰ ਰਾਜੀਵ ਸੂਦ ਦੀ ਨਿਯੁਕਤੀ ਦੇ ਨਾਲ ਫਿਰ ਖੜਾ ਹੋ ਗਿਆ। ਜੀ। ਸੋ ਇੱਕ ਉਲਟਾ ਇੱਕ ਸਵਾਲ ਹੋਰ ਖੜਾ ਹੋ ਗਿਆ ਹੁਣ ਕਿ ਇਹ ਭਾਈ ਦਿੱਲੀ ਤੋਂ ਹੀ, ਕਿਉਂਕਿ ਪੁਰਾਣੀਆਂ ਨਿਯੁਕਤੀਆਂ ਫਿਰ ਚਰਚਾ 'ਚ ਆਉਣ ਲੱਗੀਆਂ ਨਾ ਕਿ ਦੇਖੋ ਜੀ ਆ ਐਡਵੋਕੇਟ ਜਨਰਲ ਦੀ ਟੀਮ ਉੱਥੋਂ ਲਾਈ ਜੀ, ਆ ਫਲਾਣਾ ਬੰਦਾ ਉੱਥੋਂ ਲਿਆ ਕੇ ਲਾਇਆ ਜੀ, ਆ ਇੱਥੇ ਹਸਪਤਾਲ ਦੇ ਵਿੱਚ ਇਹਨੂੰ ਉੱਥੇ ਲਵਾਤਾ ਜੀ, ਆ ਕਿੰਨਾ ਕੁਛ ਮਤਲਬ ਕਿ ਦਿੱਲੀ ਦੇ ਹਵਾਲੇ ਨਾਲ ਚਰਚਾ ਆਉਂਦੀ ਰਹੀ। ਸੋ ਉਸੇ ਤਰ੍ਹਾਂ ਇੱਥੋਂ ਦਾ ਜੀ ਰਾਜ ਸਭਾ ਦੇ ਮੈਂਬਰ ਵੀ ਦਿੱਲੀ ਤੋਂ ਲਿਆ ਕੇ ਭੇਜੇ ਜੀ। ਸੋ ਇਸ ਲਈ ਉਹਨਾਂ ਗੱਲਾਂ ਤੇ ਫਿਰ ਮੋਹਰ ਲੱਗ ਗਈ ਇੱਕ ਡਾਕਟਰ ਰਾਜੀਵ ਸੂਦ ਦੀ ਆਮਦ ਨਾਲ। ਹਾਂ, ਬਸ ਇਹ ਸਵਾਲ ਅਜੇ ਵੀ ਦੋਵੇਂ ਪਾਸੇ ਖੜਾ ਹੈ ਕਿ ਭਾਈ ਇਹ ਨਿਯੁਕਤੀ ਦਿੱਲੀ ਤੋਂ ਤਾਂ ਹੋਈ ਹੈ, ਪਰ ਕਿਹੜੀ ਦਿੱਲੀ ਤੋਂ? ਭਾਜਪਾ ਵਾਲੀ ਦਿੱਲੀ ਜਾਂ ਕੇਜਰੀਵਾਲ ਆਪ ਵਾਲੀ ਦਿੱਲੀ? ਬਿਲਕੁਲ ਬਿਲਕੁਲ। ਤਾਂ ਦੀਪ ਜੀ, ਕੱਲ ਕਿਸਾਨ ਆਗੂ ਗੁਰਨਾਮ ਸਿੰਘ ਚਲੂਨੀ ਦੀ ਅਗਵਾਈ ਹੇਠ ਕੁਰੂਕਸ਼ੇਤਰ ਦੇ ਵਿੱਚ, ਹਰਿਆਣਾ ਦੇ ਕੁਰੂਕਸ਼ੇਤਰ ਦੇ ਵਿੱਚ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ। ਆਪਣੀਆਂ ਮੰਗਾਂ ਨੂੰ ਲੈ ਕੇ ਸੂਰਜਮੁਖੀ ਤੇ MSP ਦੀ ਮੰਗ ਕਿਸਾਨ ਕਰ ਰਹੇ ਨੇ, ਪਰ ਪ੍ਰਦਰਸ਼ਨ ਦੌਰਾਨ ਜੋ ਟਕਰਾਅ ਵੀ ਹੁੰਦਾ ਤੇ ਲਾਠੀਚਾਰਜ ਵੀ ਕਿਸਾਨਾਂ ਤੇ ਹੁੰਦਾ, ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੇ ਨੇ। ਇਸ ਦੌਰਾਨ ਕਈ ਕਿਸਾਨਾਂ ਦੀਆਂ ਦਸਤਾਰਾਂ ਲੱਥ ਜਾਂਦੀਆਂ ਨੇ, ਹਿਰਾਸਤ ਵਿੱਚ ਵੀ ਕਿਸਾਨ ਲਏ ਜਾਂਦੇ ਨੇ। ਕਿਵੇਂ ਵੇਖਦੇ ਹੋ ਕਿਸਾਨਾਂ ਦੇ ਪ੍ਰਦਰਸ਼ਨ? ਜਸਵਿੰਦਰ ਜੀ, ਬੇਸ਼ੱਕ ਕਿਸਾਨ MSP ਦੀ ਮੰਗ ਕਰ ਰਹੇ ਸੀ ਸੂਰਜਮੁਖੀ ਤੇ ਜੀ, ਤੇ ਪੁਲਿਸ ਕਹਿੰਦੀ ਜੀ ਸਰਕਾਰ ਨਾਲ ਗੱਲਬਾਤ ਵੀ ਚੱਲ ਰਹੀ ਸੀ, ਅਫਸਰ ਅਧਿਕਾਰੀਆਂ ਬੈਠਕ ਵੀ ਚੱਲ ਰਹੀ ਸੀ, ਫਿਰ ਪਾਣੀਆਂ ਦੀ ਬੁਛਾੜ ਦੀ ਕੀ ਲੋੜ ਪੈ ਗਈ? ਬਿਲਕੁਲ। ਫਿਰ ਡਾਂਗ ਭਰਾਉਣ ਦੀ ਕੀ ਲੋੜ ਪੈ ਗਈ? ਜੀ। ਸੜਕ ਖਾਲੀ ਆਰਾਮ ਨਾਲ ਵੀ ਕਰਵਾਈ ਜਾ ਸਕਦੀ ਸੀ ਜੀ। ਜਿਸ ਕਦਰ ਉਹਨੂੰ ਭਜਾ ਕੇ ਬਾਜ਼ਾਰਾਂ 'ਚ ਲਿਜਾ ਕੇ ਕੁੱਟਿਆ ਜੀ, ਉਹਦੇ ਕੀ ਮਾਇਨੇ ਨੇ? ਕੀ ਇਹ 3 ਖੇਤੀ ਕਾਨੂੰਨਾਂ ਦੇ ਮਾਮਲੇ 'ਚ ਹੋਏ ਪ੍ਰਦਰਸ਼ਨ ਦੀ, ਅੰਦੋਲਨ ਦੀ, ਉਸ ਸਮੇਂ ਮਤਲਬ ਕਿ ਕਿਸਾਨੀ ਇਕਜੁੱਟਤਾ ਦੀ ਉਹਦੀ ਕਿੜ ਕੱਢੀ ਜਾ ਰਹੀ ਹੈ? ਉਹਦੇ ਵਿੱਚੋਂ ਹੈ ਜਾਂ ਜਿਹੜੇ ਪਾਸੇ ਦੂਸਰੇ ਪਾਸੇ ਕੱਲ ਜਦੋਂ ਮਤਲਬ 7.5 ਘੰਟੇ ਲਈ ਨੈਸ਼ਨਲ ਹਾਈਵੇ ਬੰਦ ਹੋਇਆ ਜੀ, ਤੇ ਉਸ ਸਮੇਂ ਦੌਰਾਨ ਕਈਆਂ ਦੀ ਫਲਾਈਟਾਂ ਰੱਦ ਹੋ ਗਈਆਂ ਜੀ, ਕਈ ਫਸੇ ਰਹਿ ਗਏ, ਕਈਆਂ ਨੂੰ ਵਾਪਸ ਮੁੜਨਾ ਪਿਆ, ਕੋਈ ਐਂਬੂਲੈਂਸ ਫਸ ਗਈ, ਕੋਈ ਲੋਕ ਫਸ ਗਏ, ਕਈ ਬੱਚੇ ਵਿਦਿਆਰਥੀ ਨੌਕਰੀ ਪੇਸ਼ਾ ਵਾਲੇ ਲੋਕ ਫਸੇ। ਹੁਣ ਉਹ ਕਹਿੰਦੇ ਜੀ ਇਹਨਾਂ ਦਾ ਨਿਤ ਦਿਨ ਦਾ ਕਰ ਹੈ। ਉਹਨਾਂ ਦਾ ਸਵਾਲ ਵੀ ਹੈ ਕਿ ਸੜਕ ਜਾਂਦੇ ਲੋਕ ਕਹਿੰਦੇ ਸਾਡਾ ਕੀ ਗੁਨਾਹ ਹੁੰਦਾ ਜੀ, ਲੜਾਈ ਤੁਹਾਡੀ ਸਰਕਾਰ ਨਾਲ, ਕੁਛ ਨਾਲ, ਰਾਹ ਤੁਸੀਂ ਸਾਡਾ ਰੋਕ ਲੈਂਦੇ ਹੋ। ਸੋ ਜੇ ਰੋਕਣਾ ਸਰਕਾਰਾਂ ਦੇ ਰਾਹ ਰੋਕੋ, ਮੰਤਰੀਆਂ ਦੇ ਘਰ ਘੇਰੋ, ਉਹਨਾਂ ਦੇ ਜਾ ਕੇ ਘਰ ਉਹਨਾਂ ਦੀ ਨਾਕਾਬੰਦੀ ਕਰੋ, ਰੋਡ ਰੋਕ ਕੇ ਸਾਨੂੰ ਤੰਗ ਕਰ ਦਿਓ। ਇਸ ਲਈ ਲੋਕਾਂ ਦਾ ਇੱਕ ਪਾਸੇ ਕੱਲ ਕਿਸਾਨ ਸੜਕਾਂ ਤੇ ਸੀ, ਪੁਲਿਸ ਘੇਰਾਬੰਦੀ ਕਰ ਰਹੀ ਸੀ, ਦੂਸਰੇ ਪਾਸੇ ਮਾਮਲਾ ਹਾਈ ਕੋਰਟ 'ਚ ਚੱਲ ਰਿਹਾ ਸੀ ਜੀ। ਹੁਣ ਇਹ ਦੋਏ ਮਾਮਲੇ ਬਰਾਬਰ ਚੱਲ ਰਹੇ ਸੀ, ਪਰ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇੱਥੇ ਤੱਕ ਸਥਿਤੀ ਬਣਦੀ ਕਿਉਂ ਹੈ? ਕੀ ਕਿਸਾਨਾਂ ਨੂੰ ਸ਼ੌਂਕ ਚੜਿਆ ਸੜਕਾਂ ਤੇ ਆਉਣ ਦਾ? ਜੀ। 2 ਜੂਨ ਨੂੰ ਸਰਕਾਰ ਨਾਲ ਇਸ ਮਸਲੇ ਤੇ ਗੱਲ ਸ਼ੁਰੂ ਹੁੰਦੀ ਹੈ ਔਰ ਸਰਕਾਰ ਦਮ ਭਰਦੀ ਆਈ ਜਾਂਦੀ ਹੈ, ਕੋਈ ਨਾ ਜੀ ਦੇ ਦਾਂਗੇ, ਖਰੀਦ ਲਾਂਗੇ, ਕਰ ਲਾਂਗੇ ਜੀ। ਇਹ ਲਗਭਗ ਕੁਰੂਕਸ਼ੇਤਰ, ਸ਼ਾਹਬਾਦ, ਅੰਬਾਲਾ, ਕਰਨਾਲ, ਇਹ ਸਾਰੀ ਜਿਹੜੀ ਬੈਲਟ ਹੈ, ਇਸ ਬੈਲਟ ਦੇ ਵਿੱਚ ਲਗਭਗ 33,000 34,000 ਏਕੜ ਦੇ ਵਿੱਚ ਇਹ ਸੂਰਜਮੁਖੀ ਦੀ ਖੇਤੀ ਹੈ। ਲਗਭਗ ਅੰਦਾਜ਼ਾ ਇਹ ਲਾਇਆ ਜਾ ਰਿਹਾ ਜੀ, ਚੋਂ ਸਰਕਾਰ ਕਹਿੰਦੀ ਹੈ ਕਿ ਅਸੀਂ ਖਰੀਦਾਂਗੇ ਜੀ 50,000 ਕੁਇੰਟਲ ਜੀ, ਤੇ ਉਹਨਾਂ ਬਾਕੀ ਕਹਿੰਦੇ ਜੀ ਫਿਰ ਸਾਡਾ ਕੀ ਕਸੂਰ ਹੈ? ਇੱਕ ਪਾਸੇ ਤੁਸੀਂ ਕਹਿੰਦੇ ਹੋ ਬਦਲਵੀਆਂ ਫਸਲਾਂ ਤੇ ਆਓ, ਬਦਲਵੀਂ ਤੇ ਅਸੀਂ ਆਹ ਦੇਵਾਂਗੇ, ਉਹ ਦੇਵਾਂਗੇ, ਤੇ ਹੁਣ ਤੁਸੀਂ MSP ਖਰੀਦਣ ਲਈ ਤਿਆਰ ਨਹੀਂ। ਸੋ ਇਸ ਮਸਲੇ ਤੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ ਕਿ ਸਰਕਾਰ ਨੂੰ ਅਲਟੀਮੇਟਮ ਇੱਕ ਤਰ੍ਹਾਂ ਨਾਲ ਕਿਸਾਨ ਜਥੇਬੰਦੀਆਂ ਨੇ 6 ਜੂਨ ਤੱਕ ਦਾ ਦਿੱਤਾ ਹੋਇਆ ਸੀ, ਤੇ 6 ਜੂਨ ਦੇ ਅਲਟੀਮੇਟਮ ਦੇ ਹਵਾਲੇ ਨਾਲ ਜਦੋਂ ਸਰਕਾਰ ਨੇ ਨਹੀਂ ਸੁਣੀ ਤੇ ਇਹਨਾਂ ਨੇ ਐਲਾਨ ਕਰਤਾ ਕਿ ਅਸੀਂ ਜੀ ਫਿਰ ਜੇ 6 ਜੂਨ ਸਵੇਰ ਤੱਕ ਨਾ ਫੈਸਲਾ ਆਇਆ ਤਾਂ ਅਸੀਂ 10 ਵਜੇ ਤੋਂ ਬਾਅਦ ਹਾਈਵੇ ਬੰਦ ਕਰਾਂਗੇ। ਪੁਲਿਸ ਨੂੰ ਸੂਚਨਾ ਸੀ ਜੀ, ਪਹਿਲਾਂ ਤੋਂ ਅਲਟੀਮੇਟਮ ਸੀ, ਪੁਲਿਸ ਬਦਲਵੇਂ ਰੂਟ ਤਿਆਰ ਕਰ ਸਕਦੀ ਸੀ, ਰਾਹਾਂ ਦੀ ਪਹਿਲਾਂ ਤੋਂ ਪਿੱਛੇ ਤੋਂ ਟ੍ਰੈਫਿਕ ਡਿਵਰਟ ਕਰ ਸਕਦੀ ਸੀ, ਪਰ ਉਹਨੂੰ ਵੀ ਹੁੰਦਾ ਕਿ ਲੋਕ ਫਸਣਗੇ ਤਾਂ ਉਹ ਇਹਨਾਂ ਦੇ ਖਿਲਾਫ ਜਾਣਗੇ। ਪੁਲਿਸ ਨੇ ਆਪਣੀ ਡਿਊਟੀ ਵੀ, ਪ੍ਰਸ਼ਾਸਨ ਨੇ ਆਪਣੀ ਡਿਊਟੀ ਵਧੀਆ ਨਹੀਂ ਨਿਭਾਈ, ਸੋ ਇਸ ਲਈ ਉਹਨਾਂ ਨੂੰ ਪਹਿਲਾਂ ਉਸ ਮਸਲੇ ਤੇ ਪਹਿਲਕਦਮੀ ਕਰਨੀ ਚਾਹੀਦੀ ਸੀ। ਫਿਰ ਉਹ ਕਹਿੰਦੇ ਜੀ ਪੁਲਿਸ ਨੇ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਰੁਕੇ ਨਹੀਂ, ਉਹ ਨੈਸ਼ਨਲ ਹਾਈਵੇ ਤੇ ਆ ਗਏ। ਸਭ ਤੋਂ ਲੰਬਾ ਹਾਈਵੇ ਸਾਡਾ ਹੈ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਵਾਲਾ ਨੈਸ਼ਨਲ ਹਾਈਵੇ 44 ਜਿਹੜਾ ਹੈਗਾ ਨਾ, ਸ਼ੇਰਸ਼ਾਹ ਸੂਰੀ ਮਾਰਗ, ਇਹ ਬਹੁਤ ਦਿੱਲੀ ਨੂੰ ਜਾਂਦਾ ਜਿਹੜਾ। ਸੋ ਉਸ ਦੇ ਉੱਤੇ ਫਿਰ ਕਿਸਾਨ 12:30 ਵਜੇ ਆ ਕੇ ਉਹਨਾਂ ਨੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ, ਤੇ ਇੱਧਰੋਂ ਕਹਿੰਦੇ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ। ਹਾਈ ਕੋਰਟ ਨੇ ਉਲਟਾ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਪੁਲਿਸ ਨੂੰ ਝਾੜਾਂ ਮਾਰੀਆਂ ਕਿ ਤੁਸੀਂ ਹਾਈਵੇ ਜਾਮ ਕਿਵੇਂ ਹੋਣ ਦਿੰਦੇ ਹੋ ਜੀ।
ਹੁਣ ਇਹਦਾ ਮਤਲਬ ਉਹਨਾਂ ਦਾ ਇਹ ਕਹਿਣਾ ਕਿ ਭਾਈ ਬਿਨਾਂ ਕਿਸੇ ਮਤਲਬ ਕਿ ਅੜਿੱਕੇ ਤੋਂ ਰਾਹ ਖੁੱਲ੍ਹਾ ਮਿਲਣਾ ਚਾਹੀਦਾ ਲੋਕਾਂ ਨੂੰ, ਰਾਹ ਨਹੀਂ ਬੰਦ ਹੋਣਾ ਚਾਹੀਦਾ। ਹੁਣ ਹਾਈ ਕੋਰਟ ਨੇ ਰਾਹ ਖਿਲਾਉਣ ਲਈ ਜਾਂ ਰਾਹ ਬੰਦ ਨਾ ਹੋਣ ਦੇ ਲਈ ਸਰਕਾਰ ਨੂੰ ਸਵਾਲ ਕੀਤਾ ਕਿ ਤੁਹਾਡੇ ਹੁੰਦੇ ਬੰਦ ਕਿਉਂ ਜਾਂਦੇ ਆ। ਇਹਦਾ ਮਤਲਬ ਹਾਈ ਕੋਰਟ ਨੇ ਇਹ ਤਾਂ ਨਹੀਂ ਕਹਿਣਾ ਕਿ ਜਾ ਕੇ ਕੁੱਟ ਦਿਓ। ਜੀ ਬਿਲਕੁਲ। ਹਾਈ ਕੋਰਟ ਨੇ ਇਹ ਤਾਂ ਨਹੀਂ ਕਿਹਾ ਕਿ ਪਾਣੀ ਮਾਰੋ, ਡਾਂਗ ਭਰਾਓ। ਉਹਨਾਂ ਨੂੰ ਤਾਂ ਉਹਦਾ ਹੱਲ ਦੂਆ ਵੀ ਹੋ ਸਕਦਾ। ਜੇ ਤੁਸੀਂ ਐਂ ਕਹਿੰਦੇ ਹੋ ਕਿ ਹਾਈ ਕੋਰਟ ਦਾ ਹੁਕਮ ਹੈ ਕਿ ਹਾਂ ਜੀ ਸਾਨੂੰ ਉਹਨਾਂ ਨੇ ਕਿਹਾ ਕਿ ਰਾਹ ਖਿਲਾਓ, ਤਾਂ ਰਾਹ ਫਿਰ ਮਸਲਾ ਹੱਲ ਕਰਕੇ ਵੀ ਖੁੱਲ੍ਹ ਸਕਦਾ ਸੀ। ਬਿਲਕੁਲ ਬਿਲਕੁਲ। ਉਹ ਇਹ ਵੀ ਤਾਂ ਕਹਿ ਸਕਦੇ ਕਿ ਹਾਈ ਕੋਰਟ ਨੇ ਕਿਹਾ ਲਓ ਭਾਈ ਅਸੀਂ ਤੁਹਾਡੀ ਗੱਲ ਮੰਨਦੇ ਹਾਂ, ਰਾਹ ਵੀ ਛੱਡ ਦਿਓ, MSP ਵੀ ਚੱਕੋ। ਪਰ ਤਰੀਕਾ ਤਾਂ ਡਾਂਗ ਭਰਾਉਣਾ ਸੀ, ਕਿਉਂਕਿ ਕਿਰਤ ਅੰਦੋਲਨ ਵਾਲੀ ਖੜੀ ਆ। ਸੋ ਇਸ ਲਈ ਉਹ ਹਾਈ ਕੋਰਟ ਦੇ ਹੁਕਮਾਂ ਦੀ ਆੜ ਦੇ ਵਿੱਚ ਪਾਣੀ ਵੀ ਮਾਰਿਆ, ਡਾਂਗ ਵੀ ਭਰਾਈ, ਤੇ ਆਖਰ 7:30 ਵਜੇ ਜਾ ਕੇ, ਮਤਲਬ ਵੈਸੇ ਪੁਲਿਸ ਦਮ ਭਰਦੀ ਹੈ ਕਿ ਦੇਖੋ ਜੀ ਅਸੀਂ ਅਨਾਊਂਸਮੈਂਟ ਕੀਤੀ, 15-15 ਮਿੰਟ ਦੇ 3 ਅਲਟੀਮੇਟਮ ਦਿੱਤੇ, ਸਾਡੀ ਨਹੀਂ ਸੁਣਵਾਈ ਹੋਈ। ਇਸ ਦੌਰਾਨ ਤੁਸੀਂ ਇਹ ਦੇਖੋ ਜੀ ਕਿ ਸ਼ਾਹਬਾਦ ਦੇ ਪੁਲ ਤੋਂ ਲੈ ਕੇ ਸ਼ੰਭੂ ਬੈਰੀਅਰ ਤੱਕ ਜਾਮ ਲੱਗ ਗਿਆ ਸੀ। ਉਧਰ ਪਿਛਲੇ ਪਾਸੇ ਨੂੰ ਕਰਨਾਲ ਵਾਲੇ ਪਾਸੇ ਨੂੰ ਸਾਰਾ ਜਾਮ ਸੀਗਾ ਜੀ, ਬੜੀ ਦਿੱਕਤ ਆ ਗਈ, ਇੱਕੋ ਰੋਡ ਤੇ ਟ੍ਰੈਫਿਕ ਆਉਣ ਲੱਗ ਗਿਆ ਜੀ, ਬੜਾ ਕੁਛ। ਮਤਲਬ ਕਿ ਅਸੀਂ 3 ਅਲਟੀਮੇਟਮ ਦਿੱਤੇ, ਨਹੀਂ ਮੰਨੇ, ਫਿਰ ਸਾਨੂੰ ਮਜਬੂਰੀ 'ਚ ਪਾਣੀ ਮਾਰਨਾ ਪਿਆ ਜੀ, ਮਜਬੂਰੀ ਸਾਨੂੰ ਡਾਂਗ ਭਰਾਉਣੀ ਪਈ। ਰਾਹ ਖਿਲਾਉਣ ਦਾ ਤਰੀਕਾ ਹੋਰ ਹੁੰਦਾ ਹੈ, ਬਿਲਕੁਲ, ਕੁੱਟਣਾ ਹੋਰ ਤਰੀਕਾ ਹੁੰਦਾ ਹੈ। ਸੋ ਕੱਲ ਪੁਲਿਸ ਕੁੱਟ ਰਹੀ ਸੀ, ਉਹ ਕਿਹਦੇ ਹੁਕਮਾਂ ਨਾਲ ਕੁੱਟ ਰਹੀ ਸੀ? ਪੁਲਿਸ ਦੇ ਹੁਕਮ ਸੀ ਜਾਂ ਸਰਕਾਰ ਦੇ ਹੁਕਮ ਸੀ? ਕਿਹੜੀ ਸਰਕਾਰ ਦੇ ਹੁਕਮ ਸੀ? ਖੱਟਰ ਸਰਕਾਰ ਦੇ ਹੁਕਮ ਸੀ ਜਾਂ ਕੇਂਦਰ ਸਰਕਾਰ ਦੇ ਹੁਕਮ ਸੀ? ਕਿਹਦੇ ਹੁਕਮਾਂ ਤੇ ਹੋਇਆ? ਸੋ ਇਹ ਜਿੱਦਾਂ ਹੀ ਖਬਰ ਹਰਿਆਣੇ 'ਚ ਫੈਲੀ ਕਿ ਹਾਂ ਭਾਈ 35-40 ਕਿਸਾਨ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਚੰਡੂਨੀ ਸਣੇ 100 ਤੋਂ ਵੱਧ ਨੂੰ ਗ੍ਰਿਫਤਾਰ ਕਰ ਲਿਆ, ਇੱਕ ਵਾਰ ਰੌਲਾ ਪੈ ਗਿਆ, ਇੱਕ ਕਿਸਾਨ ਦੀ ਜਾਨ ਚਲੀ ਗਈ, ਪਰ ਬਾਅਦ 'ਚੋਂ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਪਰ ਇਸ ਦੌਰਾਨ ਅਚਾਨਕ ਜਦੇ ਫਿਰ ਸੋਨੀਪਤ, ਰੋਹਤਕ, ਜੀਂਦ, ਸਿਰਸਾ, ਸਾਰੇ ਥਾਂ ਕਿਸਾਨ ਸੜਕਾਂ 'ਤੇ ਉਤਰੇ ਆਏ ਤੇ ਰਾਤੀ ਟੋਲ ਖਾਲੀ ਕਰਾਤੇ ਸੀ ਉਹਨਾਂ ਨੇ। ਸੜਕਾਂ ਇੱਕ ਵਾਰ ਜਾਮ ਹੋ ਗਈਆਂ ਸੀਆਂ, ਪੁਲਿਸ ਨੂੰ ਸਮੇਂ-ਸਮੇਂ ਮਨਾਉਣ ਜਾਣਾ ਪਿਆ, ਤੇ ਹੁਣ ਸਰਕਾਰ ਨਾਲ ਦੁਬਾਰਾ ਗੱਲਬਾਤ ਵੀ ਚੱਲ ਰਹੀ ਹੈ, ਦੂਸਰੇ ਪਾਸੇ ਪ੍ਰਦਰਸ਼ਨ ਦੀ ਵੀ ਤਿਆਰੀ ਆ। ਸੋ ਹੋ ਸਕਦਾ ਇਸ ਮਸਲੇ ਤੇ ਕਿਸਾਨਾਂ ਦੀ ਨੂੰ ਰਾਹਤ ਮਿਲ ਜਾਵੇ, ਕੋਈ ਚੰਗੀ ਖਬਰ ਸੁਣਨ ਨੂੰ ਮਿਲ ਜਾਵੇ। ਪਰ ਜੇਕਰ ਸਰਕਾਰ ਅੜੀ ਰਹੀ ਹਰਿਆਣਾ ਦੀ, ਤਾਂ ਫਿਰ ਅੰਦੋਲਨ ਵੱਡਾ ਹੋ ਸਕਦਾ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਦੀਪ ਜੀ, ਇੱਕ ਗੱਲ ਗੌਰ ਨਾਲ ਸਮਝਣੀ ਚਾਹਾਂਗੇ, ਇੱਕ ਪਾਸੇ ਤਾਂ ਪੰਜਾਬ ਸਿੱਖਿਆ ਦੇ ਖੇਤਰ ਦੇ ਵਿੱਚ ਮੋਹਰੀ ਸੂਬਾ ਬਣਿਆ ਹੋਇਆ, ਤੇ ਦੂਜੇ ਪਾਸੇ ਪਿਛਲੇ ਦਿਨਾਂ ਦੌਰਾਨ ਤੁਸੀਂ ਵੀ ਚਰਚਾ ਕੀਤੀ ਸੀ ਕਿ ਜਿਹੜੇ ਨਤੀਜੇ ਵਿਦਿਆਰਥੀਆਂ ਦੇ ਆਏ ਨੇ, ਉਹਨਾਂ ਦੇ ਵਿੱਚੋਂ ਬੱਚੇ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਦੇ ਵਿੱਚੋਂ ਹੀ ਫੇਲ ਹੋਏ ਨੇ, ਹਾਲਾਂਕਿ ਪੰਜਾਬ ਦੇ ਉਹ ਬੱਚੇ ਨੇ। ਤੇ ਹੁਣ ਮੁੜ ਤੋਂ ਨੌਕਰੀ ਲੈਣ ਦੇ ਲਈ ਇੱਕ ਪ੍ਰੀਖਿਆ ਲਈ ਗਈ ਸੀ, ਉਸ ਪੇਪਰ ਦੇ ਵਿੱਚੋਂ ਜਿਹੜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਸੀ, ਉਹ ਪੰਜਾਬੀ ਦੇ ਵਿੱਚੋਂ ਹੀ ਫੇਲ ਹੋ ਗਏ। ਮਤਲਬ ਪੰਜਾਬ ਦੇ ਧੀਆਂ ਪੁੱਤ ਹੋਣ ਤੋਂ ਬਾਅਦ ਪੰਜਾਬੀ ਭਾਸ਼ਾ ਦੇ ਵਿੱਚੋਂ ਫੇਲ ਹੋਣਾ ਕਾਫੀ ਸਵਾਲ ਖੜੇ ਹੋ ਰਹੇ ਨੇ। ਬਿਲਕੁਲ, ਬੜੀ ਫਿਕਰ ਵਾਲੀ ਗੱਲ ਵੀ ਹੈ ਜੀ, ਤੇ ਬੜਾ ਮੱਦਭਾਗੀ ਵਰਤਾਰਾ ਵੀ ਹੈ। ਬਿਲਕੁਲ, ਕਿ ਪੰਜਾਬ ਦੇ ਜਵਾਕ ਹੋਣ ਜੀ ਤੇ ਪੰਜਾਬੀ 'ਚ ਫੇਲ ਹੋ ਜਾਣ ਜੀ। ਇੱਕ ਪਾਸੇ ਬਹੁਤ ਦੇਰ ਤੋਂ ਇਹ ਸਵਾਲ ਖੜਾ ਕੀਤਾ ਜਾਂਦਾ ਹੈ, ਮਤਲਬ ਜਿਹੜੀ ਧਿਰ ਨਾ ਪੰਜਾਬੀ ਭਾਸ਼ਾ ਵਿਰੋਧੀ ਹੈ ਜੀ, ਉਹ ਧਿਰ ਵੱਲੋਂ ਕਿ ਜੀ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਥੋੜ੍ਹਾ, ਪਰ ਪੰਜਾਬੀ ਸਾਡੇ ਪਿਆਰ ਦੀ, ਸਾਡੇ ਧਰਮ ਦੀ, ਸਾਡੇ ਸੱਭਿਆਚਾਰ ਦੀ, ਸਾਡੀ ਵਿਰਸੇ ਦੀ, ਸਾਡੀ ਮਾਂ ਦੀ ਭਾਸ਼ਾ ਤਾਂ ਹੈ। ਬਿਲਕੁਲ ਬਿਲਕੁਲ। ਤੇ ਆਪਣੇ ਸੱਭਿਆਚਾਰ ਨੂੰ ਸਮਝਣ ਲਈ, ਉਸ ਪੀੜ੍ਹੀ ਤੱਕ ਅੱਗੇ ਤੱਕ ਜਾਣ ਦੇ ਲਈ ਇਸ ਭਾਸ਼ਾ ਦਾ ਪ੍ਰਸਾਰ ਤੇ ਪ੍ਰਚਾਰ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਸ ਆੜ 'ਚ ਕਿ ਨੌਕਰੀ, ਤੇ ਫਿਰ ਨੌਕਰੀ ਦੀ ਭਾਸ਼ਾ ਸੀ, ਫਿਰ ਨੌਕਰੀ ਵਾਲੇ ਵੀ ਨਹੀਂ ਪਾਸ ਹੋਏ। ਜਿੱਥੇ ਨੌਕਰੀ ਮਿਲਦੀ ਆ ਉਸ ਭਾਸ਼ਾ ਦੇ ਨਾਂ ਤੇ, ਤਾਂ ਵੀ ਨਹੀਂ। ਤੁਸੀਂ ਪੇਪਰ ਦੇਣ ਆਏ ਕਿ ਹਾਂ ਜੀ ਸਰਕਾਰੀ ਨੌਕਰੀ ਲੈਣੀ ਹੈ, ਨੌਕਰੀ ਕਿੱਥੇ ਲੈਣੀ ਹੈ? ਪੰਜਾਬ 'ਚ ਲੈਣੀ ਹੈ, ਤੇ ਪੰਜਾਬ 'ਚ ਸਰਕਾਰੀ ਨੌਕਰੀ ਲੈਣੀ ਤਾਂ ਪੰਜਾਬੀ 'ਚ ਪਾਸ ਹੋਣਾ ਜ਼ਰੂਰੀ ਹੈ, ਤੇ ਪੰਜਾਬੀ ਦੇ ਵਿੱਚੋਂ 50 ਅੰਕ ਲੈਣੇ ਆ ਜੀ। ਜਿਹੜੇ ਜਵਾਕ ਅੱਧੇ ਅੰਕ ਵੀ ਨਹੀਂ ਆਪਣੀ ਮਾਂ ਬੋਲੀ 'ਚ ਲੈ ਸਕਦੇ, ਉਹ ਕਿੰਨਾ ਕੁ ਵਧੀਆ ਕੰਮ ਕਰ ਲੈਣਗੇ, ਕਿੰਨੀ ਕੁ ਵਧੀਆ ਨੌਕਰੀ ਕਰ ਲੈਣਗੇ? ਇੱਕ ਸਵਾਲ ਖੜਾ। ਪਰ ਜਦੋਂ ਤੁਸੀਂ ਇਹਦੇ ਅੰਕੜਿਆਂ ਦੇ ਹਵਾਲੇ ਨਾਲ ਜਾਂਦੇ ਹੋ, ਫਿਰ ਹੋਰ ਕਈ ਪਹਿਲੂ ਵੀ ਆਉਂਦੇ ਨੇ। ਮੈਂ ਪਹਿਲਾਂ ਉਸ ਖਬਰ ਤੇ ਆਉਣਾ, ਚਰਨਜੀਤ ਭੁੱਲਰ ਨੇ ਅੱਜ ਉਹ ਅੰਕੜਿਆਂ ਸਣੇ ਉਹ ਖਬਰ ਪ੍ਰਕਾਸ਼ਿਤ ਕੀਤੀ ਆ ਕਿ ਹਾਂ ਭਾਈ ਆਹ ਸਥਿਤੀ ਆ, ਪੰਜਾਬ ਦਾ SS ਬੋਰਡ ਜਿਹੜਾ ਲੈਂਦਾ ਪ੍ਰੀਖਿਆ ਨੌਕਰੀਆਂ ਦੇ ਲਈ, ਉਸ ਵੱਲੋਂ ਬਕਾਇਦਾ ਤੌਰ ਤੇ ਇਹ ਪ੍ਰੀਖਿਆ ਸੀ। ਖਾਸ ਕਰਕੇ ਸਭ ਤੋਂ ਬੜਾ ਮਤਲਬ ਕਿ ਜਿਹੜੀ ਨਾਕਾਮੀ ਸਾਹਮਣੇ ਆਈ ਹੈ ਉਹ ਹੋਈ ਆ ਆਬਕਾਰੀ ਤੇ ਘਰ ਇੰਸਪੈਕਟਰਾਂ ਦੀ ਭਰਤੀ ਦੇ ਵਿੱਚ। 13,000 ਤੋਂ ਵੱਧ ਜਵਾਕ ਪੰਜਾਬੀ 'ਚ ਹੋ ਰਿਹਾ, 1 2 3 4 5 10 20 50 100 ਨਹੀਂ, 13,000 ਤੋਂ ਵੱਧ, ਲਗਭਗ 14,000। 13,879 ਜਵਾਕ ਪੰਜਾਬੀ 'ਚ ਫੇਲ ਹੋਏ ਨੇ, ਜਿਹੜੇ 50 ਨੰਬਰ ਵੀ ਨਹੀਂ ਲੈ ਸਕੇ। ਕਰੀਬ 38,836 ਬੱਚਿਆਂ ਨੇ ਪ੍ਰੀਖਿਆ ਦਿੱਤੀ ਹੈ ਆਬਕਾਰੀ ਤੇ ਕਰ ਵਿਭਾਗ 'ਚ, ਜਿਨ੍ਹਾਂ ਦੇ ਵਿੱਚ 22,957 ਜਵਾਕ ਪਾਸ ਕਰ ਗਏ, 13,879 ਜਵਾਕ ਪੰਜਾਬੀ 'ਚੋਂ ਫੇਲ ਹੋ ਗਏ। ਅੱਧਿਆਂ ਤੋਂ ਤਾਂ 20 ਨੰਬਰ ਨਹੀਂ ਲਏ ਹੋਏ, ਅੱਧਿਆਂ ਤੋਂ 25 ਨੰਬਰ ਵੀ ਨਹੀਂ ਲਏ ਹੋਏ। ਇਹੀ ਗੱਲਾਂ ਨਹੀਂ, ਟਾਈਪਿੰਗ ਵਾਲੇ, ਉਹ ਤੇ ਸਟੈਨੋ ਵਾਲੇ, ਹੁਣ ਉੱਥੇ ਤਾਂ ਪਤਾ ਹੀ ਹੈ ਟਾਈਪ ਤੇ ਸਟੈਨੋ ਜਦੋਂ ਦੇਣ ਜਾ ਰਹੇ ਹੋ ਤਾਂ ਪੰਜਾਬੀ ਪੈਸੇ ਲਾਉਂਦੇ ਸੀ ਕਿ ਭਾਈ ਪੰਜਾਬੀ 'ਚ ਦਫ਼ਤਰਾਂ 'ਚ ਕੰਮ ਕਰਨਾ, ਚਿੱਠੀ ਪੱਤਰ ਲਈ। ਸੋ ਉੱਥੇ ਵੀ ਜਵਾਕ ਮੈਂ ਦੇਖ ਰਿਹਾ ਸੀਗਾ ਜੇ ਮਤਲਬ ਕਿ ਟਾਈਪ ਸਟੈਨੋ ਵਾਲੇ 'ਚ ਵੀ 4,600 ਦੇ ਕਰੀਬ ਜਵਾਕਾਂ ਨੇ ਪੇਪਰ ਦਿੱਤਾ, 627।
ਉਹਨਾਂ ਦੇ ਵਿੱਚੋਂ 20% ਜਵਾਕ 21% ਜਵਾਕ ਪੰਜਾਬੀ ਚੋਂ ਫੇਲ ਹੋ ਗਏ। ਇਸੇ ਤਰ੍ਹਾਂ ਉਹ ਮਤਲਬ ਕਿ ਹੋਰ ਪ੍ਰੀਖਿਆਵਾਂ ਨੇ, ਵੈਟਰਨਰੀ ਡਾਕਟਰ ਨੇ, ਉਹਨਾਂ 'ਚ ਵੀ 10% ਦੇ ਕਰੀਬ ਜਵਾਕ ਫੇਲ ਹੋ ਗਏ। ਸੋ ਇਹ ਸਾਰੇ ਪਹਿਲੂ ਤੋਂ ਵਰਤਾਰਾ ਇਹ ਆਉਂਦਾ ਹੈ ਕਿ ਜਵਾਕ ਆਏ ਕਿੱਥੋਂ? ਜੀ ਬਿਲਕੁਲ, ਕੀ ਇਹ ਪੰਜਾਬ ਦੇ ਹੀ ਨੇ ਜਾਂ ਇਹ ਡਿਗਰੀਆਂ ਕਿਤੋਂ ਹੋਰ ਕਰਕੇ ਆਏ ਨੇ, ਪੜ੍ਹਾਈਆਂ ਕਿਤੋਂ ਹੋਰ ਕਰਕੇ ਆਏ ਨੇ, ਬਾਅਦ ਚੋਂ ਇੱਥੇ ਆ ਕੇ ਦੇ ਆਧਾਰ ਕਾਰਡ ਬਣਾਓ, ਇੱਥੇ ਦੇ ਆ ਕੇ ਰਹਿਸ਼ੀ ਐਡਰੈਸ ਬਣਾਓ ਤੇ ਇੱਥੇ ਨੌਕਰੀਆਂ ਹਾਸਲ ਕਰੋ। ਕਿੰਨੇ ਵਿਭਾਗਾਂ 'ਚ ਤੁਸੀਂ ਝਾਤ ਮਾਰ ਕੇ ਦੇਖ ਲਓ, ਜੇ ਤੁਹਾਨੂੰ ਲੱਭ ਜਾਣਗੇ ਪੰਜਾਬੀ ਹੈ ਵੀ। ਕੀ ਇਹ ਪ੍ਰੀਖਿਆ ਦੇਣ ਵਾਲੇ ਪੰਜਾਬੀ ਹੋ ਸੀ? ਜਾਂ ਇੱਕ ਦੂਸਰਾ ਪਹਿਲੂ ਹੈ, ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੰਜਾਬੀ ਠੀਕ ਠਾਕ ਪੜ੍ਹਾਈ ਜਾਂਦੀ ਆ ਤੇ ਉੱਥੇ ਜਵਾਕ ਠੀਕ ਠਾਕ ਪਾਸ ਵੀ ਹੁੰਦੇ ਨੇ, ਹੈ ਨਾ, ਪਰ ਉਹ ਜਵਾਕ ਕੀ ਪੰਜਾਬ ਮੂਲ ਪੰਜਾਬ ਦੇ ਨੇ ਜਾਂ ਉਹ ਬਾਹਰਲੇ ਸੂਬਿਆਂ ਤੋਂ ਆਈ ਲੇਬਰ ਦੇ ਵਿੱਚੋਂ ਵੀ ਵੱਡੇ ਜਵਾਕ ਇਸ ਭਾਸ਼ਾ 'ਚ ਪਾਸ ਹੋ ਰਹੇ? ਕੱਲ੍ਹ ਨੂੰ ਫਿਰ ਉਹ ਆ ਵੀ ਪ੍ਰੀਖਿਆ ਪਾਸ ਕਰ ਲੈਣਗੇ। ਫਿਰ ਜਿਹੜੇ ਫੇਲ ਹੋਏ ਕਿਤੇ ਉਹ ਤਾਂ ਨਹੀਂ ਜਿਹੜੇ ਪੰਜਾਬ ਦੇ ਮਾਡਲ ਸਕੂਲਾਂ 'ਚ ਪੜ੍ਹਦੇ ਨੇ, ਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ। ਕਿਉਂਕਿ ਮਾਡਲ ਸਕੂਲ 'ਚ ਘਰ ਦੇ ਖੁਸ਼ ਤਾਂ ਬਹੁਤ ਹੁੰਦੇ ਨੇ ਕਿ ਜਵਾਕ ਟਾਈ ਲਾ ਕੇ ਚੱਲਿਆ, ਬੱਸ ਚੜ੍ਹ ਕੇ ਚੱਲਿਆ, ਗਲ 'ਚ ਪਾਣੀ ਵਾਲੀ ਬੋਤਲ ਲਟਕਾ ਕੇ ਚੱਲਿਆ, ਪਰ ਦੂਏ ਦਿਨ ਡਾਇਰੀ ਤੇ ਲਿਖਿਆ ਜਾਂਦਾ ਕਿ ਤੁਹਾਡਾ ਜਵਾਕ ਕਲਾਸ 'ਚ ਪੰਜਾਬੀ ਬੋਲਦਾ ਜੀ, ਤੇ ਬੇਬੇ ਵੀ ਫਿਰ ਉਹਦੇ ਨਾਲ ਟੁੱਟੀ ਫੁੱਟੀ ਘਰੇ ਹਿੰਦੀ ਬੋਲਣ ਲੱਗ ਜਾਂਦੀ ਹੈ ਨਾ। ਫਿਰ ਅੰਗਰੇਜ਼ੀ ਦੇ 8-10 ਸ਼ਬਦ ਜੇ ਯਾਦ ਕਰ ਲੈਂਦੇ ਨੇ ਘਰ ਦੇ, ਫਿਰ ਉਹਦੇ ਨਾਲ ਗੱਲ ਕਰਨੀ ਪੈਂਦੀ ਹੈ ਤੇ ਨਤੀਜਾ ਜਵਾਕ ਮਾਂ ਬੋਲੀ ਤੋਂ ਦੂਰ ਹੋ ਜਾਂਦਾ ਤੇ ਫਿਰ ਉਹ ਲਿਖਣ 'ਚ ਵੀ ਕਮਜ਼ੋਰ, ਬੋਲਣ 'ਚ ਵੀ ਕਮਜ਼ੋਰ, ਫਿਰ ਪੇਪਰਾਂ 'ਚ ਪਾਸ ਕਿੱਥੋਂ ਹੋਊਗਾ ਜੀ? ਸੋ ਇਸ ਲਈ ਇਹ ਬਹੁਤ ਵੱਡਾ ਇੱਕ ਪਹਿਲੂ ਹੈ ਕਿ ਪੰਜਾਬ ਦੇ ਅੰਦਰ ਦੋ ਕੰਮ ਕਰਨ ਵਾਲੇ ਨੇ। ਕੱਲੇ ਹੁਕਮ ਜਾਰੀ ਕਰਕੇ ਨਹੀਂ ਸਰਨਾ, ਕੱਲੀਆਂ ਪੁਰਾਣੀਆਂ ਸਰਕਾਰਾਂ ਨੂੰ ਹੁਣ ਭੰਡ ਕੇ ਨਹੀਂ ਸਰਨਾ, ਕੱਲੀਆਂ ਬੋਰਡਾਂ ਨਾਲ ਫੋਟੋਆਂ ਖਿਚਾ ਕੇ ਨਹੀਂ ਸਰਨਾ। ਦੋ ਕੰਮ ਕਰੇ ਸਰਕਾਰ। ਪਹਿਲਾ ਕੰਮ ਕਿ ਭਾਈ ਪੰਜਾਬ ਦੇ ਵਿੱਚ ਜਿਹਨੇ ਵੀ ਸਕੂਲ ਨਾਂ ਦੀ ਦੁਕਾਨ ਖੋਲ੍ਹਣੀ ਆ ਉਹਨੂੰ 5ਵੀਂ ਤੱਕ, ਪ੍ਰਾਇਮਰੀ ਤੱਕ ਪੰਜਾਬੀ ਮਾਧਿਅਮ 'ਚ ਪੜਾਉਣਾ ਪਏਗਾ। ਕੱਲਾ ਪੰਜਾਬੀ ਵਿਸ਼ਾ ਨਹੀਂ, ਇੱਥੇ ਤਾਂ ਵਿਸ਼ਾ ਵੀ ਨਹੀਂ ਪੜਾਉਂਦੇ। ਪ੍ਰਾਈਵੇਟ ਸਕੂਲ ਤਾਂ ਵਿਸ਼ਾ ਵੀ ਨਹੀਂ ਪੜਾਉਂਦੇ, ਡੰਮੀ ਹੈ ਕਿ 20 ਨੰਬਰ ਸਕੂਲ 'ਚੋਂ ਮਿਲ ਜਾਣੇ, ਕੋਈ ਨਾ ਤੁਸੀਂ ਰਖਾ ਲਓ ਪੰਜਾਬੀ, ਤੇ ਫਿਰ ਉਹ ਵੀ ਮਾਪਿਆਂ ਨੂੰ ਕਹਿੰਦੇ ਆਪ ਹੀ ਕਰਾ ਦਿਓ, ਤੇ ਮਾਪਿਆਂ ਕੋਲ ਕਿੱਥੇ ਟਾਈਮ ਹੈ, ਨਾ ਮੋਬਾਈਲ ਤੋਂ ਵਿਹਲ ਹੈ ਨਾ ਨੋਟਾਂ ਤੋਂ ਵਿਹਲ ਹੈ। ਸੋ ਨਤੀਜਾ ਜਵਾਕ ਮਾਂ ਬੋਲੀ ਤੋਂ ਬਿਲਕੁਲ ਟੁੱਟ ਜਾਂਦਾ। ਅੰਗਰੇਜ਼ੀ ਰਟਾ ਲਓ, ਫਿਰ ਆਈਲੈਟਸ ਪਾਸ ਕਰਾ ਲਓ। ਸੋ ਇਸ ਲਈ ਇੱਕ ਕੰਮ ਸਰਕਾਰ ਇਹ ਕਰੇ ਕਿ ਭਾਈ ਜਿਹਨੇ ਵੀ, ਚਾਹੇ ਕੇਂਦਰੀ ਸਕੂਲ, ਚਾਹੇ ਸੈਂਟਰ ਸਕੂਲ, ਚਾਹੇ ਕੋਈ ਪ੍ਰਾਈਵੇਟ ਸਕੂਲ, ਚਾਹੇ ਕੋਈ ਕਿਸੇ ਬੋਰਡ ਦਾ ਸਕੂਲ, ਚਾਹੇ CBSE, ਚਾਹੇ ਦੂਆ ISI, ਕੋਈ ਜਿਹੜੇ ਮਰਜ਼ੀ ਸਕੂਲ ਹੋਣ, ਚਾਹੇ ਪੰਜਾਬ ਬੋਰਡ ਦੇ, ਜਿਹਨੇ ਵੀ ਪੰਜਾਬ 'ਚ ਪ੍ਰਾਈਵੇਟ ਸਕੂਲ ਚਲਾਉਣਾ ਹੈ, ਕਿਸੇ ਵੀ ਸੰਸਥਾ ਨਾਲ ਐਫੀਲੀਏਟ ਕਰਕੇ ਚਲਾਉਣਾ ਹੈ, ਉਹਨੂੰ 5ਵੀਂ ਤੱਕ ਪੰਜਾਬੀ ਮਾਧਿਅਮ 'ਚ ਪੜਾਉਣਾ ਹੀ ਪਏਗਾ। ਇੱਕ ਤਾਂ ਇਹ ਲਾਜ਼ਮੀ ਸਰਕਾਰ ਕਰੇ। ਦੂਜਾ ਸਰਕਾਰ ਇਹ ਕਰੇ ਕਿ ਭਾਈ ਜੋ ਮਰਜ਼ੀ ਹੋ ਜਾਵੇ, ਜੇ ਪੰਜਾਬ 'ਚ ਰਹਿ ਕੇ ਡਿਗਰੀਆਂ ਹਾਸਲ ਕਰਨੀਆਂ ਤਾਂ ਆ ਪੰਜਾਬੀ ਸੱਭਿਆਚਾਰ ਵਾਲਾ ਵਿਸ਼ਾ ਤਾਂ ਪੜ੍ਹੋ ਹੀ ਪੜ੍ਹੋ, ਪਰ ਪੰਜਾਬੀ ਵਿਸ਼ਾ ਵੀ ਲਾਜ਼ਮੀ ਪੜ੍ਹੋ। ਹੁਣ ਅਗਲੇ ਕਹਿੰਦੇ ਜੀ ਗ੍ਰੈਜੂਏਸ਼ਨ ਦੀ ਡਿਗਰੀ ਅਸੀਂ ਪੰਜਾਬੀ ਕਲਚਰ ਤੇ ਸੱਭਿਆਚਾਰ ਵਾਲਾ ਪੜ੍ਹ ਲਿਆ ਸੀ ਜੀ, ਉਹ ਅੰਗਰੇਜ਼ੀ 'ਚ ਵੀ ਪੜ੍ਹ ਲੈਂਦੇ ਨੇ। ਸੋ ਕੱਲਾ ਪੰਜਾਬ ਨੂੰ ਸਮਝਣ ਦਾ ਸਵਾਲ ਨਹੀਂ, ਪੰਜਾਬੀ ਨੂੰ ਵੀ ਸਮਝਣ ਦਾ ਸਵਾਲ ਹੈ। ਕੱਲ੍ਹ ਨੂੰ ਤੁਸੀਂ ਇੱਥੇ ਨੌਕਰੀ ਕਰਨੀ ਹੈ, ਕੰਮ ਕਰਨਾ, ਤਾਂ ਤੁਹਾਡਾ ਵਾਸਤਾ ਜਿਨ੍ਹਾਂ ਲੋਕਾਂ ਨਾਲ ਪੈਣਾ ਉਹਨਾਂ ਦੀ ਭਾਸ਼ਾ ਹੋਣੀ ਤੁਹਾਨੂੰ ਜ਼ਰੂਰੀ ਹੈ। ਤੇ ਇਹ ਬਹੁਤ ਕੁਛ ਪੇਸ਼ ਕਰਦੀ ਹੈ ਤਸਵੀਰ, ਬੜੀ ਫਿਕਰਮੰਦ ਵਾਲੀ ਤਸਵੀਰ ਹੈ। ਇਸ ਲਈ ਸਰਕਾਰਾਂ ਨੂੰ, ਪੰਜਾਬੀ ਭਾਸ਼ਾ ਦੇ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ, ਲੇਖਕ ਕਲਾਕਾਰ ਜਮਾਤ ਨੂੰ, ਕਿ ਜਿਹੜੀ ਬੋਲੀ ਦੀ ਰੋਟੀ ਖਾਂਦੇ ਹੋ ਉਹਦੇ ਲਈ ਕੁਛ ਕਰ ਗੁਜ਼ਰੋ, ਨਹੀਂ ਤਾਂ ਫਿਰ ਕੋਈ ਤੁਹਾਨੂੰ ਸੁਣਨ ਵਾਲਾ ਨਹੀਂ ਰਹੇਗਾ, ਕੋਈ ਤੁਹਾਨੂੰ ਪੜ੍ਹਨ ਵਾਲਾ ਨਹੀਂ ਰਹੇਗਾ, ਕੋਈ ਤੁਹਾਨੂੰ ਸਮਝਣ ਵਾਲਾ ਨਹੀਂ ਰਹੇਗਾ। ਸੋ ਇਸ ਲਈ ਪੰਜਾਬੀ ਭਾਸ਼ਾ ਮੂਹਰੇ ਚੁਣੌਤੀ ਹੈ। ਸਮੇਂ-ਸਮੇਂ ਜਿਵੇਂ 10ਵੀਂ ਦੇ ਪੇਪਰਾਂ 'ਚੋਂ ਫੇਲ, 12ਵੀਂ ਦੇ ਪੇਪਰਾਂ 'ਚੋਂ ਫੇਲ, ਆ ਹੁਣ ਸਰਕਾਰੀ ਨੌਕਰੀਆਂ ਲਈ ਫੇਲ। ਸੋ ਇਹ ਸਮੇਂ-ਸਮੇਂ ਇੱਕ ਹਲੂਣੇ ਨੇ, ਜੇ ਹੁਣ ਨਾ ਜਾਗੇ ਫਿਰ ਬਹੁਤ ਦੇਰ ਹੋ ਜਾਏਗੀ। ਇਸ ਮਸਲੇ ਤੇ ਸਰਕਾਰਾਂ ਨੂੰ ਵੀ ਔਰ ਸੰਸਥਾਵਾਂ ਨੂੰ ਵੀ ਕੰਮ ਕਰਨ ਦੀ ਲੋੜ ਹੈ। ਬਿਲਕੁਲ। ਤਾਂ ਦੀਪ ਜੀ, ਤੁਸੀਂ ਪੰਜਾਬ ਸਰਕਾਰ ਦੀ ਗੱਲਬਾਤ ਕਰਦੇ ਹੋ, ਪੰਜਾਬ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਉਸ ਦੀ ਤੁਸੀਂ ਗੱਲਬਾਤ ਕਰ ਰਹੇ ਹੋ, ਪਰ ਹੁਣ ਹੁਸ਼ਿਆਰਪੁਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਕੱਚੀ ਸ਼ਰਾਬ ਦੀਆਂ ਭੱਠੀਆਂ ਚੱਲਦੀਆਂ ਨੇ, ਸ਼ਰੇਆਮ ਉਹ ਸ਼ਰਾਬ ਨਿਕਲਦੀ ਹੈ ਹੁਸ਼ਿਆਰਪੁਰ ਦੇ ਜੰਗਲਾਂ ਦੇ ਵਿੱਚੋਂ, ਕਿਵੇਂ ਵੇਖਦੇ ਹੋ? ਬਿਲਕੁਲ, ਬੜਾ ਪੰਜਾਬ ਦੇ ਵਿੱਚ ਸ਼ਰਾਬ ਦਾ ਵਰਤਾਰਾ, ਸਰਕਾਰ ਸ਼ਰਾਬਾਂ ਨੂੰ ਵਾਧਾ ਦਿੰਦੀ ਹੈ ਤੇ ਫਿਰ ਇਹ ਅਸੀਂ ਆਪਣੇ ਆਪ ਇੱਕ ਪੈਮਾਨਾ ਤੈਅ ਕਰ ਲਿਆ ਕਿ ਸ਼ਰਾਬ ਨਸ਼ੇ 'ਚ ਨਹੀਂ ਆਉਂਦੀ ਜੀ, ਹੈ ਨਾ। ਤੇ ਫਿਰ ਇਹਦੇ ਚੱਕਰ 'ਚ ਪੰਜਾਬ ਦੇ ਅੰਦਰ ਹਮੇਸ਼ਾ ਇਹ ਦੌਰ ਚੱਲਦਾ ਰਿਹਾ ਕਿ ਜੀ ਉਸ ਸਰਕਾਰ ਦੀ ਸ਼ਹਿ ਤੇ, ਉਸ ਲੀਡਰ ਦੀ ਸ਼ਹਿ ਤੇ, ਉਸ ਪਾਰਟੀ ਦੀ ਸ਼ਹਿ ਤੇ, ਉਸ SSP ਦੀ ਸ਼ਹਿ ਤੇ, ਉਸ ਥਾਣੇ ਦੀ ਸ਼ਹਿ ਤੇ ਸ਼ਰਾਬ ਵਿਕਦੀ ਵੀ ਹੈ, ਨਿਕਲਦੀ ਵੀ ਹੈ। ਬਿਲਕੁਲ। ਜਿਸ ਜਿਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੇ ਵਿੱਚ ਮੋਟਰਾਂ ਦੇ ਉੱਤੇ, ਹੈ ਨਾ, ਖੇਤਾਂ 'ਚ ਲੋਕ ਸ਼ਰਾਬ ਕੱਢ ਲੈਂਦੇ, ਪਰ ਉਹਦੇ ਦੋ ਪਹਿਲੂ ਨੇ। ਇੱਕ ਸ਼ਰਾਬ ਤਾਂ ਇਹ ਹੁੰਦੀ ਹੈ ਕਿ ਉਹ ਸ਼ਰਾਬ ਜਦੋਂ ਕਿ ਉਹ ਵੀ ਗੈਰ ਕਾਨੂੰਨੀ ਹੈ ਕੱਢਣੀ, ਜੀ ਬਿਲਕੁਲ, ਉਹ ਸਹੀ ਨਹੀਂ ਗੀ। ਮੈਂ ਤਾਂ ਕਹਿੰਦਾ ਸ਼ਰਾਬ ਪੀਣੀ ਉਹ ਗੈਰ ਕਾਨੂੰਨੀ ਹੈ। ਮਤਲਬ ਕਿ ਕਿਉਂ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਵੀ ਖਰਾਬ ਕਰਦੇ ਹੋ ਤੇ ਆਪਣਾ ਸਰੀਰ ਵੀ ਖਰਾਬ ਕਰਦੇ ਹੋ, ਪਰ ਜਿਨ੍ਹਾਂ ਨੇ ਪੀਣੀ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਤਾਂ ਇਸ ਲਈ ਜਿਹੜੇ ਖੇਤਾਂ 'ਚ ਕੱਢਦੇ ਨੇ ਉਹ ਜ਼ਿਆਦਾਤਰ ਉਹ ਹੁੰਦੇ ਨੇ ਜਿਹੜੇ ਆਪਣੇ ਲਈ ਕੱਢਦੇ ਨੇ ਜੀ। ਉਹ ਫਿਰ ਕਹਿਣਗੇ ਬਦਾਮ ਵੀ ਪਾ ਲਾ, ਅੱਜ ਸੌਂਫ ਵੀ ਪਾ ਲਾ, ਚਾਹ ਵੀ ਪਾ ਲਾ, ਇਹ ਤਾਂ ਬੜੀ ਵਧੀਆ ਦਵਾਈ ਬਣਾਈ ਅਸੀਂ, ਉਹ ਤਾਂ ਐਂ ਪ੍ਰਚਾਰਦੇ ਨੇ ਫਿਰ ਜੀ।
ਪਰ ਇੱਕ ਉਹ ਲੋਕ ਨੇ ਜਿਹੜੇ ਵੇਚਣ ਲਈ ਕੱਢਦੇ ਨੇ, ਜਿਹੜੇ ਧੰਦਾ ਕਰਦੇ ਨੇ ਨਜਾਇਜ਼ ਸ਼ਰਾਬ ਦਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਦੇ ਰਾਹ 'ਚ ਇੱਕ ਪਿੰਡ ਢੇਰ ਪੈਂਦਾ ਜੀ, ਉਹ ਢੇਰ ਇਸੇ ਕੰਮ ਲਈ ਬਦਨਾਮ ਹੋ ਗਿਆ ਸੀ ਕਿ ਉੱਥੇ ਦੇ ਲੋਕ ਭਾਈ ਸ਼ਰਾਬ ਕੱਢਦੇ ਨੇ, ਐਨ ਹਿਮਾਚਲ ਦਾ ਬਾਰਡਰ ਆ ਤੇ ਬਾਰਡਰ ਤੇ ਬਹਿ ਜਾਂਦੇ ਨੇ ਆਪਣੀਆਂ ਪਤੀਲੀਆਂ ਕੜਾਈਆਂ ਲੈ ਕੇ, ਢੋਲ ਲੈ ਕੇ, ਤੇ ਜੇ ਹਿਮਾਚਲ ਪੁਲਿਸ ਆ ਜਾਵੇ ਤਾਂ ਪੰਜਾਬ ਵਾਲੇ ਪਾਸੇ ਟੱਪ ਕੇ ਬਹਿ ਜਾਂਦੇ ਨੇ, ਜੇ ਪੰਜਾਬ ਪੁਲਿਸ ਆ ਜਾਵੇ ਤਾਂ ਹਿਮਾਚਲ ਵਾਲੇ ਪਾਸੇ ਟੱਪ ਕੇ ਬਹਿ ਜਾਂਦੇ ਨੇ। ਕੰਮ ਚੱਲੀ ਜਾਂਦਾ, ਪੁਲਿਸ ਇਕੱਠਿਆਂ ਕਦੇ ਰੇਡ ਨਹੀਂ ਮਾਰਦੀ, ਜੇ ਇਕੱਠਿਆਂ ਮਾਰਦੀਆਂ ਤਾਂ ਦੱਸ ਕੀ ਮਾਰਦੀ ਆ। ਸੋ ਜਿਨ੍ਹਾਂ ਨੂੰ ਹਿੱਸਾ ਜਾਂਦਾ ਅਗਲੇ ਨੇ ਵੀ ਦੱਸ ਕੀ ਕਾਰਵਾਈ ਕਰਨੀ ਨਾ, ਬਚਾਉਣ ਵਾਲੇ ਵੀ ਉਹੀ ਹੁੰਦੇ ਨੇ। 20 ਮੇਰਾ ਖਿਆਲ 20 ਦੀ ਘਟਨਾ ਹੈ, ਅੱਜ ਤੋਂ 3 ਸਾਲ ਪਹਿਲਾਂ ਤਰਨਤਾਰਨ ਖੇਤਰ 'ਚ ਕੱਚੀ ਸ਼ਰਾਬ ਨਾਲ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਸੀ। ਉਹ ਤੋਂ ਬਾਅਦ ਵੀ ਵਰਤਾਰਾ ਰੁਕਿਆ ਨਹੀਂ, ਤੇ ਅੱਜ ਹੁਸ਼ਿਆਰਪੁਰ ਦਾ ਖੇਤਰ ਪੂਰੀ ਤਰ੍ਹਾਂ ਬਦਨਾਮ ਵੀ ਹੈ ਔਰ ਚਰਚਾ 'ਚ ਵੀ ਹੈ। ਹੁਸ਼ਿਆਰਪੁਰ ਦੇ ਕਠਾਣਾ ਖੇਤਰ ਦੇ ਜੰਗਲ ਨੇ ਜੀ, ਉਹਨਾਂ ਜੰਗਲਾਂ ਦੇ ਵਿੱਚ ਬਿਆਸ ਦਰਿਆ ਦੇ ਨਾਲ ਉਹ ਜੰਗਲ ਦੇ ਨੇੜੇ ਤੇੜੇ 1 2 3 ਨਹੀਂ 4 4 5 5 ਢੋਲ ਇਕੱਠਿਆਂ ਲਾ ਕੇ ਸ਼ਰਾਬ ਕੱਢੀ ਜਾ ਰਹੀ ਹੈ ਜੀ, ਪੱਠੀ ਲਾ ਕੇ। ਤੇ ਉਹ ਇਕੱਲੇ ਉੱਥੇ ਦੇ ਸ਼ਰਾਬ ਦੇ ਇਸ ਧੰਦਾ ਕਰਨ ਵਾਲੇ ਲੋਕ ਹੀ ਨਹੀਂ ਕੱਢਦੇ, ਉਹਨਾਂ ਨਾਲ ਜਨਾਨੀਆਂ ਵੀ, ਉਹਨਾਂ ਦੀਆਂ ਜਵਾਕ ਵੀ ਨਾਲ ਲੱਗੇ ਨੇ। ਕੀ ਹੋ ਸਕਦਾ ਪੁਲਿਸ ਨੂੰ? ਪੁਲਿਸ ਕਹਿੰਦੀ ਜਾਣਾ ਬਹੁਤ ਔਖਾ ਹੈ। ਕਿਉਂ? ਇਹ ਤਾਲੀਬਾਨੀ ਇੱਥੇ ਉਹ ਹੈ ਕਿ ਜਿੱਥੇ ਤੁਹਾਨੂੰ ਜਾਣੋਂ ਡਰ ਲੱਗਦਾ। ਜੇ ਉੱਥੇ ਸ਼ਰਾਬ ਕੱਢਣ ਵਾਲਾ ਜਾ ਸਕਦਾ ਹੈ, ਜੇ ਉੱਥੇ ਸ਼ਰਾਬ ਖਰੀਦਣ ਵਾਲਾ ਜਾ ਸਕਦਾ, ਜਤਿੰਦਰ ਜੀ 20 ਰੁਪਏ ਤੋਂ ਲੈ ਕੇ 70 ਰੁਪਏ ਥੈਲੀ ਮਿਲਦੀ ਉੱਥੇ। 20 ਰੁਪਏ ਵਾਲੀ ਲੈਣੀ ਹੈ 20 ਰੁਪਏ ਵਾਲੀ ਲੈ ਲਓ, 70 ਰੁਪਏ ਵਾਲੀ ਲੈਣੀ ਹੈ 70 ਰੁਪਏ ਲੈ ਲਓ, ਲੀਟਰ ਅੱਧੀ ਲੀਟਰ ਜਿੰਨੀ ਲੈਣੀ ਆ। ਅੱਛਾ, ਜੇ ਢੋਲ 'ਚ ਪਵਾਉਣੀ ਆ, ਕੈਨੀਆਂ 'ਚ ਪਾਉਣੀ ਆ ਤਾਂ ਹੋਲਸੇਲ 50 ਰੁਪਏ ਲੀਟਰ ਰੇਟ ਹੈ, ਅਗਲੇ ਪਾ ਕੇ ਦਿੰਦੇ ਨੇ। ਤੇ ਜੇ ਫਿਰ ਜਿਹੜਾ ਢੋਲ ਕੈਨੀ ਲੈ ਕੇ ਜਾਊਗਾ ਉਹ ਕਿਸੇ ਚੀਜ਼ ਤੇ ਹੀ ਜਾਊਗਾ ਨਾ, ਕੋਈ ਕਾਰ, ਗੱਡੀ, ਮੋਟਰਸਾਈਕਲ, ਟਰੈਕਟਰ, ਟਰੈਲੀ, ਜੇ ਉਹ ਜਾ ਸਕਦੀ, ਪੁਲਿਸ ਨਹੀਂ ਜਾ ਸਕਦੀ ਉੱਥੇ। ਤੇ ਜੇ ਜਾਂਦੀ ਹੈ ਕਹਿੰਦੇ ਜੀ ਡਰਾਮਾ ਕਰਕੇ ਆ ਜਾਂਦੀ ਆ। ਫਿਰ ਇਹਦਾ ਮਤਲਬ ਕਿਹਦੀ ਸ਼ੈ ਆ? ਪਹਿਲਾਂ ਤਾਂ ਅਕਾਲੀਆਂ ਦੀ ਸਰਕਾਰ ਮਿਲ ਕੇ ਕਰਾਉਂਦੀ ਹੋਣੀ, ਫਿਰ ਕਾਂਗਰਸੀ ਦੀ ਸਰਕਾਰ ਮਿਲ ਕੇ ਕਰਾਉਂਦੀ ਹੋਣੀ, ਹੁਣ ਤਾਂ ਅਕਾਲੀ ਕਾਂਗਰਸੀ ਹੈ ਨਹੀਂ, ਹੁਣ ਤਾਂ ਮਾਫੀਆ ਰਾਜ ਵਾਲੀ ਸਰਕਾਰ ਚੱਲ ਗਈ। ਤੇ ਹੁਣ ਵੀ ਜੇ ਕੁਝ ਚੱਲਦਾ ਹੈ ਤਾਂ ਕਿਹਦੀ ਆਸ਼ੀਰਵਾਦ ਨਾਲ ਹੈ, ਕਿਹਦੀ ਸ਼ਰਨ? ਬਿਨਾਂ ਪੁਲਿਸ ਦੀ, ਬਿਨਾਂ ਪ੍ਰਸ਼ਾਸਨ ਦੀ, ਬਿਨਾਂ ਰਾਜਨੀਤਿਕ ਧਿਰਾਂ ਦੀ, ਬਿਨਾਂ ਸੱਤਾਧਾਰੀ ਦੀ ਸ਼ਾਇਦ ਤੋਂ ਅਜਿਹੇ ਧੰਦੇ ਨਹੀਂ ਚੱਲ ਸਕਦੇ। ਔਰ ਉਹ ਸ਼ਰਾਬ ਇਸ ਲਈ ਵੀ ਜ਼ਿਆਦਾ ਖਤਰਨਾਕ ਹੈ, ਉਹ ਕਹਿੰਦੇ ਜੀ ਉਹ ਯੂਰੀਆ ਤੱਕ ਨਾਲ ਸ਼ਰਾਬ ਬਣਾ ਰਹੇ ਨੇ, ਉਹ ਟੀਕਿਆਂ ਨਾਲ, ਗੋਲੀਆਂ ਨਾਲ ਸ਼ਰਾਬ ਬਣਾ ਰਹੇ ਨੇ, ਜਿਹੜੀ 10 ਰੁਪਏ 'ਚ ਉੱਥੇ ਚੂੜੀ 'ਚ ਪਾ ਕੇ ਮਿਲਦੀ ਹੈ ਕਿ ਪੀ ਲਓ ਐਂ ਹੈ, ਤੇ ਨੂਨ ਦੀ ਥੈਲੀ ਪਈ ਉਂਗਲਾਂ ਚੱਟ ਕੇ ਆ ਜਾਓ, ਤਾਂ ਫਿਰ ਕਹੀ ਜੀ ਸ਼ਰਾਬ ਵੇਚਦੇ ਹੋਣ। ਸੋ ਇਸ ਲਈ ਇਸ ਮਸਲੇ 'ਤੇ ਸਰਕਾਰ ਗੌਰ ਕਰੇ। ਇਹ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੀ ਕਿਸਾਨੀ ਨੂੰ, ਪੰਜਾਬ ਦੇ ਆਵਾਮ ਨੂੰ ਨਸ਼ੇੜੀ ਬਣਾ ਕੇ, ਨਸ਼ਿਆਂ ਤੇ ਲਾ ਕੇ ਚਿੱਟਾ ਰੁਕ ਨਹੀਂ ਰਿਹਾ, ਭੱਠੀਆਂ ਚੱਲ ਰਹੀਆਂ ਨੇ ਤੇ ਸਰਕਾਰ ਕਰ ਕੀ ਰਹੀ ਹੈ। ਇਹ ਹੁਸ਼ਿਆਰਪੁਰ ਦਾ ਇੱਕ ਦ੍ਰਿਸ਼ ਆ ਜਿਹੜਾ ਸਾਹਮਣੇ ਆ ਗਿਆ। ਬਾਕੀ ਥਾਵਾਂ ਤੇ ਕਿੰਨੇ ਥਾਵਾਂ ਤੇ ਇਹੋ ਜਿਹਾ ਵਰਤਾਰਾ ਪੁਲਿਸ ਨੂੰ ਸਾਰਾ ਪਤਾ ਹੁੰਦਾ। ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਜਨਾਬ ਜੀ ਨਾਲ ਖਬਰਾਂ ਤੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।